ਪਕੌੜੇ ਅੰਮ੍ਰਿਤਪਾਲ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ। ਫੋਨ ਤੇ ਗੱਲ ਕਰਦਾ ਹੋਇਆ ਸੜਕ ਤੇ ਜਾ ਰਿਹਾ ਅੰਮ੍ਰਿਤਪਾਲ। ਪਪਲਪ੍ਰੀਤ ਵੀ ਨਾਲ ਆ ਰਿਹਾ ਨਜ਼ਰ। ਪਟਿਆਲਾ ਦੀਆਂ ਦੱਸੀਆਂ ਜਾ ਰਹੀਆਂ ਨੇ ਤਸਵੀਰਾਂ। ਅੰਮ੍ਰਿਤਪਾਲ ਐਂਡ ਕੰਪਨੀ ਨੂੰ ਸੀਐਮ ਮਾਨ ਦਾ ਸਖਤ ਸੁਨੇਹਾ। ਕਿਹਾ ਜਵਾਨੀ ਨੂੰ ਨਹੀਂ ਬਣ ਦੇਵਾਂਗੇ। ਧਰਮ ਦੇ ਨਾਮ ਤੇ ਚੱਲ ਰਹੀ ਫੈਕਟਰੀ ਦਾ ਕੱਚਾ ਮਾਲ ਪੰਜਾਬ ਨੂੰ ਪੰਜਾਬ ਬਣਾਉਣਾ ਹੈ, ਅਫਗਾਨਿਸਤਾਨ ਨਹੀਂ। ਢੱਡਰੀਆਂ ਵਾਲੇ ਨੇ ਅੰਮ੍ਰਿਤਪਾਲ ਤੇ ਚੁੱਕੇ ਸਵਾਲ। ਕਿਹਾ ਸਿਰ ਦੇਣ ਦੀ ਗੱਲ ਕਰਨ ਵਾਲਾ ਹੁਣ ਭੱਜ ਕਿਉਂ ਰਿਹਾ? ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਨੂੰ ਛੱਡ ਕੇ ਦੌੜਿਆ ਅੰਮ੍ਰਿਤਪਾਲ। ਸਰੈਂਡਰ ਕਰਨ ਦੀ ਦਿੱਤੀ ਨਸੀਹਤ। ਆਪਰੇਸ਼ਨ ਅੰਮ੍ਰਿਤਪਾਲ ਤਹਿਤ ਹਿਰਾਸਤ ਦੇ ਵਿੱਚ ਲਏ ਨੌਜਵਾਨਾਂ ਦੀ ਰਿਹਾਈ ਸ਼ੁਰੂ। ਪੰਜਾਬ ਪੁਲਿਸ ਨੇ ਹੁਣ ਤੱਕ 44 ਲੋਕਾਂ ਨੂੰ ਕੀਤਾ ਰਿਹਾ। ਸੀਐਮ ਮਾਨ ਨੇ ਜਾਂਚ ਤੋਂ ਬਾਅਦ ਨਿਰਦੋਸ਼ ਨੌਜਵਾਨਾਂ ਨੂੰ ਛੱਡਣ ਦੀ ਕਹੀ ਸੀ ਗੱਲ। ਵਿਦੇਸ਼ਾਂ 'ਚ ਇੰਡੀਅਨ ਐਮਬੈਸੀ ਤੇ ਹਮਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਸਖਤ। ਖਾਲਿਸਤਾਨ ਸਮਰਥਕਾਂ ਦੇ ਪਾਸਪੋਰਟ ਕੀਤੇ ਜਾ ਸਕਦੇ ਨੇ ਰੱਦ। ਪੰਜਾਬ ਤੋਂ ਮੰਗੀ ਵਿਦੇਸ਼ ਗਏ ਲੋਕਾਂ ਦੀ ਬਣਾਈ ਜਾ ਰਹੀ ਲਿਸਟ। ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਤੇ ਬੋਲੇ ਰਾਹੁਲ ਗਾਂਧੀ। ਕਿਹਾ ਭਾਰਤ ਦੀ ਆਵਾਜ਼ ਲਈ ਲੜ ਰਿਹਾ, ਹਰ ਕੀਮਤ ਚੁਕਾਉਣ ਲਈ ਤਿਆਰ। ਦੁਪਹਿਰ 1 ਵਜੇ ਰਾਹੁਲ ਗਾਂਧੀ ਕਰਨਗੇ ਪ੍ਰੈਸ ਕਾਨਫਰੰਸ। ਅੱਜ ਜੇਲ੍ਹ ਤੋਂ ਰਿਹਾ ਹੋ ਸਕਦੇ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ। ਟੈਂਡਰ ਘੁਟਾਲੇ 'ਚ ਪਟਿਆਲਾ ਜੇਲ੍ਹ 'ਚ ਨੇ ਬੰਦ। ਕੱਲ ਹਾਈ ਕੋਰਟ ਤੋਂ ਮਿਲੀ ਸੀ ਜ਼ਮਾਨਤ। ਅੰਮ੍ਰਿਤਸਰ 'ਚ ਦੋ ਭੈਣਾਂ ਨੇ ਘਰ 'ਚ ਫਾਹਾ ਲਾ ਕੇ ਕੀਤੀ ਖੁਦਕੁਸ਼ੀ। ਸੁਇਸਾਈਡ ਨੋਟ ਦੇ ਵਿੱਚ ਲਿਖਿਆ ਮਾਂ ਦੇ ਬਿਮਾਰ ਹੋਣ ਕਾਰਨ ਪਰੇਸ਼ਾਨ। 50 ਸਾਲ ਦੇ ਕਰੀਬ ਦੱਸੀ ਜਾ ਰਹੀ ਦੋਹਾਂ ਦੀ ਉਮਰ। ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਬਰਬਾਦ ਹੋਈ ਫਸਲ ਦੀ ਗਿਰਦਾਵਰੀ ਦੇ ਹੁਕਮ ਜਾਰੀ। ਮੁੱਖ ਮੰਤਰੀ ਮਾਨ ਨੇ 1 ਹਫ਼ਤੇ ਦੇ ਅੰਦਰ ਮੰਗੀ ਰਿਪੋਰਟ। ਅੱਜ ਵਿਆਹ ਦੇ ਬੰਧਨ 'ਚ ਵੱਜਣਗੇ ਕੈਬਨਿਟ ਮੰਤਰੀ ਹਰਜੋਤ ਬੈਂਸ। ਆਈਪੀਐਸ ਜੋਤੀ ਯਾਦਵ ਨਾਲ ਲੈਣਗੇ ਲਾਵਾਂ। ਨੰਗਲ ਦੇ ਗੁਰਦੁਆਰਾ ਸਾਹਿਬ 'ਚ ਹੋਣਗੇ ਆਨੰਦ ਕਾਰਜ। ਭੁੱਖਮਰੀ ਤੇ ਮੰਦੀ ਹੇਠ ਦਬ ਚੁੱਕੇ ਪਾਕਿਸਤਾਨ ਤੇ ਮਹਿੰਗਾਈ ਦਾ ਬੋਝ। 250 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋਇਆ ਦੁੱਧ ਤਾਂ ਸਬਜ਼ੀਆਂ ਫਲਾਂ ਦੇ ਰੇਟ ਵੀ ਚੜੇ ਅਸਮਾਨੀ। ਇੱਕ ਵਕਤ ਦੀ ਰੋਟੀ ਲਈ ਵੀ ਤਰਸ ਰਿਹਾ ਪਾਕਿਸਤਾਨ। ਸਤਿ ਸ਼੍ਰੀ ਅਕਾਲ, ਮੈਂ ਅਰਸ਼ਦੀਪ ਸੰਧੂ। ਨਿਊਜ਼ 18 ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸ਼ੁਰੂਆਤ ਅੰਮ੍ਰਿਤਪਾਲ ਨੂੰ ਲੈ ਕੇ ਇੱਕ ਵੱਡੀ ਖਬਰ ਦੇ ਨਾਲ। ਅੰਮ੍ਰਿਤਪਾਲ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਹੁਣ ਅੰਮ੍ਰਿਤਪਾਲ ਪਟਿਆਲਾ ਦੇ ਵਿੱਚ ਨਜ਼ਰ ਆਇਆ ਹੈ। ਫੋਨ ਤੇ ਗੱਲ ਕਰਦਾ ਹੋਇਆ ਅੰਮ੍ਰਿਤਪਾਲ ਸੜਕ ਤੇ ਜਾਂਦਾ ਨਜ਼ਰ ਆ ਰਿਹਾ ਹੈ। ਸੀਸੀਟੀਵੀ ਤਸਵੀਰਾਂ ਨੇ। ਅੰਮ੍ਰਿਤਪਾਲ ਦੇ ਨਾਲ ਪਪਲਪ੍ਰੀਤ ਵੀ ਨਜ਼ਰ ਆ ਰਿਹਾ ਹੈ। ਪਟਿਆਲਾ ਦੀਆਂ ਇਹ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ। ਇੱਕ ਨਵੀਂ ਸੀਸੀਟੀਵੀ ਸਾਹਮਣੇ ਆ ਰਹੀ ਹੈ। ਫੋਨ ਤੇ ਗੱਲ ਕਰਦਾ ਹੋਇਆ ਅੰਮ੍ਰਿਤਪਾਲ ਸੜਕ ਤੇ ਜਾ ਰਿਹਾ ਹੈ। ਕਲਰ ਤਸਵੀਰਾਂ ਨੇ। ਸੀਸੀਟੀਵੀ ਕਾਫੀ ਸਾਫ਼ ਹੈ ਤੇ ਪਪਲਪ੍ਰੀਤ ਵੀ ਨਜ਼ਰ ਆ ਰਿਹਾ। ਪਪਲਪ੍ਰੀਤ ਇੱਕ ਘਰ ਦੇ ਅੰਦਰ ਦਾਖਲ ਹੁੰਦਾ ਦਿਖ ਰਿਹਾ ਹੈ। ਪਪਲਪ੍ਰੀਤ ਦੇ ਹੱਥ ਦੇ ਵਿੱਚ ਕੁਝ ਕੱਪੜੇ ਤੇ ਬੈਗ ਵੀ ਨੇ। ਇੱਕ ਸੀਸੀਟੀਵੀ ਦੇ ਵਿੱਚ ਅੰਮ੍ਰਿਤਪਾਲ ਘਰੋਂ ਬਾਹਰ ਨਿਕਲਦਾ ਵੀ ਦਿਖ ਰਿਹਾ ਹੈ। ਅੰਮ੍ਰਿਤਪਾਲ ਨੇ ਜੈਕਟ ਪਾਈ ਹੋਈ ਹੈ। ਇਹ ਤਸਵੀਰਾਂ ਨੇ ਅੰਮ੍ਰਿਤਪਾਲ ਦੀਆਂ ਜੋ ਪਟਿਆਲਾ ਤੋਂ ਸਾਹਮਣੇ ਆਈਆਂ ਨੇ। ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ। ਅੰਮ੍ਰਿਤਪਾਲ ਦੇ ਇੱਕ ਜੈਕਟ ਪਾਈ ਹੋਈ ਨਜ਼ਰ ਆ ਰਹੀ ਹੈ। ਇੱਕ ਤਸਵੀਰ ਦੇ ਵਿੱਚ ਪਪਲਪ੍ਰੀਤ ਵੀ ਨਜ਼ਰ ਆ ਰਿਹਾ ਹੈ। ਪਪਲਪ੍ਰੀਤ ਗੋਲ ਘੇਰੇ ਦੇ ਵਿੱਚ ਅਸੀਂ ਦਿਖਾ ਰਹੇ ਹਾਂ। ਪਟਿਆਲਾ ਦੀਆਂ ਇਹ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ। ਤਾਂ ਇੱਕ ਹੋਰ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਪਹਿਲਾਂ ਪਟਿਆਲਾ ਗਿਆ ਅੰਮ੍ਰਿਤਪਾਲ ਤੇ ਫਿਰ ਹਰਿਆਣਾ ਦੇ ਸ਼ਾਹਬਾਦ ਗਿਆ ਹੈ। ਪੁਲਿਸ ਦੇ ਹੱਥ ਇੱਕ ਹੋਰ ਸੀਸੀਟੀਵੀ ਲੱਗੀ ਹੈ ਜਿਸ ਦੇ ਵਿੱਚ ਅੰਮ੍ਰਿਤਪਾਲ ਨਜ਼ਰ ਆ ਰਿਹਾ ਹੈ। ਪਟਿਆਲਾ ਦੀਆਂ ਇਹ ਤਸਵੀਰਾਂ ਨੇ। ਪਟਿਆਲਾ ਤੋਂ ਇਹ ਸੀਸੀਟੀਵੀ ਤਸਵੀਰਾਂ ਪੁਲਿਸ ਦੇ ਹੱਥ ਲੱਗੀਆਂ ਨੇ ਜਿਸ ਦੇ ਵਿੱਚ ਅੰਮ੍ਰਿਤਪਾਲ ਜੈਕਟ ਪਾਏ ਨਜ਼ਰ ਆ ਰਿਹਾ ਹੈ ਤੇ ਦੂਸਰੇ ਪਾਸੇ ਪਪਲਪ੍ਰੀਤ ਵੀ ਇਹਨਾਂ ਤਸਵੀਰਾਂ 'ਚ ਨਜ਼ਰ ਆ ਰਿਹਾ ਹੈ। ਪਪਲਪ੍ਰੀਤ ਦੇ ਹੱਥ 'ਚ ਕੁਝ ਕੱਪੜੇ ਬੈਗ ਨੇ ਤੇ ਦੂਸਰੇ ਪਾਸੇ ਅੰਮ੍ਰਿਤਪਾਲ ਨੇ ਜੈਕਟ ਪਾਈ ਹੋਈ ਹੈ। ਕਾਫੀ ਨੇੜਿਓਂ ਇਹ ਤਸਵੀਰਾਂ ਨਜ਼ਰ ਆ ਰਹੀਆਂ ਨੇ। ਕਾਫੀ ਨੇੜਿਓਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਚਿਹਰਾ ਜਿਹੜਾ ਹੈ ਉਹ ਸਾਫ਼ ਨਜ਼ਰ ਆ ਸਕੇ। ਇਹ ਪਟਿਆਲਾ ਤੋਂ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਮਿਲੀ ਜਾਣਕਾਰੀ ਦੇ ਮੁਤਾਬਕ ਪਹਿਲਾਂ ਪਟਿਆਲਾ ਗਏ ਨੇ। ਲੁਧਿਆਣਾ ਤੋਂ ਪਹਿਲਾਂ ਪਟਿਆਲਾ ਗਏ ਤੇ ਫਿਰ ਇਹ ਸ਼ਾਹਬਾਦ ਪਹੁੰਚੇ ਨੇ। ਤਾਂ ਮਨੋਜ ਰਾਠੀ ਮੇਰੇ ਸਹਿਯੋਗੀ ਇਸ ਵੇਲੇ ਲਾਈਵ ਜੁੜ ਚੁੱਕੇ ਨੇ। ਮਨੋਜ, ਤਸਵੀਰਾਂ ਅਸੀਂ ਵਿਖਾ ਰਹੇ ਹਾਂ, ਸੀਸੀਟੀਵੀ ਤਸਵੀਰਾਂ ਜੋ ਹੁਣ ਪਟਿਆਲਾ ਤੋਂ ਸਾਹਮਣੇ ਆ ਰਹੀਆਂ ਨੇ। ਸਮਝਣਾ ਚਾਹਾਂਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜਿਸ ਤਰੀਕੇ ਦੇ ਨਾਲ
ਜਾਣਕਾਰੀ ਮਿਲ ਰਹੀ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਦਿੱਲੀ ਗਿਆ ਹੋ ਸਕਦਾ ਹੈ। ਹੋਰ ਕਈ ਕਿਸਮ ਦੀਆਂ ਜਾਣਕਾਰੀਆਂ ਆ ਰਹੀਆਂ ਨੇ। ਅਜਿਹੇ ਦੇ ਵਿੱਚ ਸਵਾਲ ਮਨ ਦੇ ਵਿੱਚ ਸਭ ਦੇ ਇਹੀ ਉੱਠਦਾ ਹੈ ਕਿ ਆਖਰ ਇਹ ਚੱਲ ਕੀ ਰਿਹਾ ਹੈ, ਕਿੱਥੋਂ ਕਿੱਥੇ ਗਿਆ ਅੰਮ੍ਰਿਤਪਾਲ। देखो अर्शदीप ਇਹਦੇ ਵਿੱਚ ਬਹੁਤ ਲਗਾਤਾਰ ਜਿਹੜੇ ਜਿੱਦਾਂ ਪੁਲਿਸ ਨੂੰ ਕਲੂ ਮਿਲ ਰਹੇ ਹਨ, ਲਗਾਤਾਰ ਜਿਹੜੇ ਇਨਪੁਟ ਮਿਲ ਰਹੇ ਹਨ, ਉਹਦੇ ਆਧਾਰ ਤੇ ਹੁਣ ਪੁਲਿਸ ਕੰਮ ਕਰ ਰਹੀ ਹੈ। ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਨਾਲ ਸਾਡੀ ਗੱਲਬਾਤ ਹੋਈ ਹੈ ਕਿ ਬੜੇ ਸ਼ਾਤਿਰ ਤਰੀਕੇ ਨਾਲ ਅੰਮ੍ਰਿਤਪਾਲ ਕਿ ਕਿਸੇ ਨੂੰ ਸ਼ੱਕ ਨਾ ਹੋਵੇ, ਕਿਉਂਕਿ ਅੰਮ੍ਰਿਤਪਾਲ ਨੂੰ ਵੀ ਪਤਾ ਹੈ ਕਿ ਪੰਜਾਬ ਪੁਲਿਸ ਦੇ ਨਾਲ ਇੰਟੈਲੀਜੈਂਸ, ਖੂਫੀਆ ਏਜੰਸੀ, ਦੂਜੇ ਸਟੇਟ ਦੀ ਪੁਲਿਸ, ਹਰਿਆਣਾ ਹੋਵੇ, ਦਿੱਲੀ ਹੋਵੇ, ਰਾਜਸਥਾਨ ਹੋਵੇ, ਉੱਤਰਾਖੰਡ ਹੋਵੇ, ਮੁੰਬਈ ਹੋਵੇ, ਲਗਾਤਾਰ ਜੁਆਇੰਟ ਆਪਰੇਸ਼ਨ ਕਰਕੇ ਜਿਹੜਾ ਉਹਦੀ ਭਾਲ ਕੀਤੀ ਜਾ ਰਹੀ ਹੈ। ਇਸ ਕਰਕੇ थोड़ी देर बाद कह सकते हैं कि आधे एक घंटे बाद वो अपनी जी लोकेशन है वो लगातार चेंज कर रहा है। जो पुलिस अधिकारी जानकारी दे रहे हैं, हुण ये जी जानकारी दी गई है, जी साझा की गई है कि ये शाहबाद जाण तो पहला दी ये CCTV है जिन्हां दे घर दस्सिया जा रहा है कि अंम੍ਰਿਤਪਾਲ दे करीबी है जिन्हां दे घर उत्थे पहुंचा सी अंम੍ਰਿਤਪਾਲ। तुसीं वेखो CCTV बड़ी क्लीयर दिखाई जिहड़ी हैगी देखण नूं मिल रही है कि पपलप्रीत आगे है और अंम੍ਰਿਤਪਾਲ जिहड़ा हैगा वो पीछे, क्योंकि उन्होंने पता है कि जिहड़ी भी मीडिया राही खबरां चल रही है या फिर पुलिस लगातार इन्वेस्टिगेशन कर रही है कि दो बंदे जिहड़े हैगे वो वांटेड है, एक पपलप्रीत, एक अंम੍ਰਿਤਪਾਲ। इस करके वो जिहड़ी दूरी है वो बनाते नजर आ रहे हैं। चाहे CCTV तुसीं किसी भी देख लो, चाहे तुसीं ਜਿਹੜੀ ਹੈਗੀ ਹੈ ਸ਼ਾਹਬਾਦ ਦੀ ਤੁਸੀਂ CCTV ਵੇਖੋ, ਅੱਗੇ ਪਿੱਛੇ ਪਪਲਪ੍ਰੀਤ ਅੱਗੇ ਹੈ ਤੇ ਅੰਮ੍ਰਿਤਪਾਲ ਪਿੱਛੇ ਹੈ, ਉੱਥੇ ਵੀ ਹੁਲੀਆ ਚੇਂਜ ਹੈ। ਹੁਣ ਜਿਹੜੀ ਤੁਸੀਂ CCTV ਦੇਖੋ ਇਹਦੇ ਵਿੱਚ ਵੀ ਜਿਹੜਾ ਹੈਗਾ ਪਪਲਪ੍ਰੀਤ ਅੱਗੇ ਚੱਲ ਰਿਹਾ ਹੈ, ਘਰ 'ਚ ਵੜ ਰਿਹਾ ਹੈ ਤੇ ਪਿੱਛੇ ਅੰਮ੍ਰਿਤਪਾਲ ਫੋਨ ਤੇ ਗੱਲ ਕਰਦਾ ਨਜ਼ਰ ਆ ਰਿਹਾ, ਯਾਨੀ ਕਿ ਉਹਦੇ ਕੋਲ ਉਹਨੂੰ ਫੋਨ ਵੀ ਮੁਹੱਈਆ ਕਰਾਇਆ ਗਿਆ ਹੈ। ਉਹ ਕਿਹੜਾ ਨੰਬਰ ਹੈ, ਕਿਸ ਨੰਬਰ ਤੇ ਕਾਲ ਕਰ ਰਿਹਾ ਹੈ। ਹੁਣ ਇਹਦੀ ਜਿਹੜੀ ਸਰਵੇਲੈਂਸ ਹੈ, ਇਹਦੀ ਜਿਹੜੀ ਲੋਕੇਸ਼ਨ ਹੈ, ਉਹਦੇ ਵਿੱਚ ਵੀ ਹੁਣ ਕੰਮ ਸ਼ੁਰੂ ਹੋ ਚੁੱਕਿਆ। ਸਾਈਬਰ ਸੈੱਲ ਦੇ ਵਿੱਚ ਕੰਮ ਕਰ ਰਿਹਾ। ਲੇਕਿਨ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਾਹਬਾਦ ਜਾਣ ਤੋਂ ਪਹਿਲਾਂ ਦੀ ਇਹ ਤਸਵੀਰ ਹੈ, ਯਾਨੀ ਕਿ ਕੁਝ ਦੇਰ ਇਹ ਪਟਿਆਲਾ ਵੀ ਜਿਹੜਾ ਰੁਕਿਆ ਸੀਗਾ। ਤੁਹਾਨੂੰ ਯਾਦ ਹੋਣਾ ਕਿ ਬਲਜੀਤ ਕੌਰ ਜਿਹੜੇ ਸ਼ਾਹਬਾਦ ਤੋਂ ਗ੍ਰਿਫਤਾਰ ਕੀਤੀ ਗਈ ਹੈ, ਉਹਨੇ ਇਹ ਵੀ ਪੁੱਛ ਕੇ ਦੱਸਿਆ ਸੀਗਾ ਕਿ ਜਿਹੜੀ ਵਾਈਟ ਕਲਰ ਦੀ ਸਕੂਟੀ ਲੈ ਕੇ ਅੰਮ੍ਰਿਤਪਾਲ ਤੇ ਪਪਲਪ੍ਰੀਤ ਆਏ ਸੀਗੇ, ਉਹਦੇ ਵਿੱਚ ਅੰਮ੍ਰਿਤਪਾਲ ਉਹਨੂੰ ਕਹਿ ਕੇ ਗਿਆ ਸੀ ਬਲਜੀਤ ਕੌਰ ਨੂੰ ਕਿ ਤੁਸੀਂ ਇਹ ਪਟਿਆਲਾ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਖੜੀ ਕਰਨੀ ਹੈ ਐਕਟਿਵਾ ਜਿਹੜੀ ਹੈ, ਇਹ ਤੁਹਾਡੀ ਡਿਊਟੀ ਹੈ ਕਿ ਤੁਸੀਂ ਇਹ ਜਿਹੜੀ ਐਕਟਿਵਾ ਅਸੀਂ ਲੈ ਕੇ ਆਏ ਹਾਂ ਇਹਨੂੰ ਤੁਸੀਂ ਪਟਿਆਲੇ ਗੁਰਦੁਆਰਾ ਸਾਹਿਬ ਕੇ ਸਾਹਮਣੇ ਖੜੀ ਕਰਕੇ ਆਣਾ। ਉੱਥੋਂ ਤੁਸੀਂ ਦੇਖੋ ਕਿਸ ਤਰ੍ਹਾਂ ਦੀ ਉਹ ਬਣ ਰਹੀ, ਯਾਨੀ ਕਿ ਇਹ ਪਟਿਆਲਾ ਤੋਂ ਸ਼ਾਹਬਾਦ ਕਿਸ ਤਰ੍ਹਾਂ ਪਹੁੰਚੇ, ਯਾਨੀ ਕਿ ਇਹ ਐਕਟਿਵਾ ਤੇ ਪਹੁੰਚੇ ਜਾਂ ਕਿਸ ਤਰ੍ਹਾਂ, ਇਹ ਵੀ ਹੁਣ ਐਂਗਲ ਜਿਹੜਾ ਉਹ ਪੁਲਿਸ ਖੰਗਾਲਦੀ ਨਜ਼ਰ ਆ ਰਹੀ ਹੈ। ਲੇਕਿਨ ਪੁਲਿਸ ਨੂੰ ਜਿਹੜੀ ਇਨਪੁਟ ਮਿਲੀ ਹੈ, ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ, ਜਿਹੜੀ ਪੁਲਿਸ ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਲੁਧਿਆਣਾ ਤੋਂ ਸਿੱਧਾ ਇਹ ਪਟਿਆਲਾ ਪਹੁੰਚਦੇ ਇਹਨਾਂ ਦੇ ਜਿਹੜੇ ਕਰੀਬੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਜਿਹਦੇ ਘਰ 'ਚ ਇਹ ਜਿਹੜੇ ਹੈਗੇ ਇਹ ਰਹਿ ਕੇ ਥੋੜੀ ਦੇਰ ਰੁਕੇ ਸੀਗੇ, ਉਹਨਾਂ ਨੂੰ ਵੀ ਹੁਣ ਹਿਰਾਸਤ 'ਚ ਲੈ ਕੇ ਕੁਐਸਚਨਿੰਗ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿੰਨੀ ਦੇਰ ਰੁਕੇ ਸੀ, ਕਿਹੜੀ ਗੱਲਾਂ ਹੋਈ, ਯਾਨੀ ਇਹਨਾਂ ਨੇ ਕੋਈ ਹੋਰ ਗੱਲਬਾਤ ਕੀਤੀ ਜਾਂ ਕਿਸ ਤਰ੍ਹਾਂ ਫੋਨ ਯੂਜ਼ ਕੀਤੇ ਤੇ ਤੁਸੀਂ ਪੁਲਿਸ ਨੂੰ ਇਨਫੋਰਮ क्यों नहीं किया। ये भी हुण क्वेश्चनिंग जिहड़ी है वो शुरू हो चुकी है। लेकिन CCTV बहुत कुछ क्वेश्चन मार्क खड़े कर दी है, पुलिस ते भी सवालिया निशान खड़ दी है कि लगातार CCTV फुटेज आ रही है, लगातार चाहे वो जलंधर होवे, चाहे वो जलंधर दा पूरा एरिया होवे, उस तो बाद लुधियाना होवे, उस तो बाद पटियाला होवे, उस तो बाद शाहबाद होवे, उस तो बाद दिल्ली दी ISBT दी गल सामने आ रही है, इनपुट सामने आ रही है। तो ये पूरा लगातार शातिर तरीके नाल पुलिस नूं चकमा दे के लगातार घुमदा नजर आ रहा है, लगातार ये जिहड़ा हैगा हुलिया चेंज करदा नजर आ रहा है। तुसीं हुलिया जिहड़ा हैगा वो भी देखो, ਜਿਹੜਾ ਸ਼ਾਹਬਾਦ ਕੁਰੂਕਸ਼ੇਤਰ ਤੁਸੀਂ ਹੁਲੀਆ ਵੇਖਿਆ ਉਹ ਬਿਲਕੁਲ ਜਿਹੜਾ ਹੈਗਾ ਉਹ ਡਿਫਰੈਂਟ ਹੈਗਾ, ਵੱਖਰਾ ਹੈਗਾ, ਕਿਉਂਕਿ ਉੱਥੇ ਜਿਹੜਾ ਹੈਗਾ ਪੈਂਟ ਸ਼ਰਟ ਜਾਂ ਫਿਰ ਜਿਹੜਾ ਛਾਤਾ ਲਿਆ ਹੋਇਆ ਉਹ ਬਿਲਕੁਲ ਡਿਫਰੈਂਟ ਹੈ। ਇੱਥੇ ਤੁਸੀਂ ਵੇਖੋ ਬਿਲਕੁਲ ਉਹਦੀ ਜਿਹੜੀ ਲੁੱਕ ਹੈ ਉਹ ਚੇਂਜ ਹੈਗੀ ਹੈ, ਯਾਨੀ ਕਿ ਉੱਪਰੋਂ ਜੈਕਟ, ਬਲੈਕ ਕਲਰ ਦਾ ਚਸ਼ਮਾ ਔਰ ਕੱਪੜੇ ਜਿਹੜੇ ਹੈਗੇ ਚੇਂਜ। ਉਸ ਤੋਂ ਬਾਅਦ ਫੋਨ ਤੇ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ, ਪਹਿਲਾਂ ਅੱਗੇ ਜਾਂਦਾ ਹੈ, ਉਸ ਤੋਂ ਬਾਅਦ ਫਿਰ ਮੁੜਦਾ ਹੈ, ਫਿਰ ਪਿੱਛੇ ਜਾਂਦਾ ਹੈ, ਯਾਨੀ ਕਿ ਉਹਨੂੰ ਵੀ ਹੈਗਾ ਕਿ ਕੋਈ ਪਿੱਛੋਂ ਦੇਖਤਾ ਨਹੀਂ ਰਿਹਾ। ਉਹ ਵੀ ਲਗਾਤਾਰ ਯਾਨੀ ਕਿ ਪਪਲਪ੍ਰੀਤ ਤੇ ਅੰਮ੍ਰਿਤਪਾਲ ਨੂੰ ਹੋਰ ਵੀ ਬੰਦੇ ਸਪੋਰਟ ਕਰ ਰਹੇ ਹਨ। ਇਹ ਤਾਂ ਗੱਲ ਹੁਣ ਕਲੀਅਰ ਹੋ ਚੁੱਕੀ ਹੈ, ਯਾਨੀ ਕਿ ਹੋਰ ਵੀ ਕਈ ਲੋਕ ਉਹਨੂੰ ਕਈ ਚੀਜ਼ਾਂ ਦੀ ਸਪੋਰਟ ਕਰ ਰਹੇ ਹਨ, ਚਾਹੇ ਉਹ ਲੌਜਿਸਟਿਕ ਚੀਜ਼ਾਂ ਹੋਵੇ, ਚਾਹੇ ਉਹ ਖਾਣ ਪੀਣ ਦੀ ਚੀਜ਼ਾਂ ਹੋਵੇ, ਚਾਹੇ ਉੱਥੇ ਰਹਿਣ ਖਾਣ ਦੀ ਜਿਹੜੀ ਚੀਜ਼ਾਂ ਹੋਵੇ। ਇਸ ਕਰਕੇ ਕਿਉਂਕਿ ਹੁਣ ਅੰਮ੍ਰਿਤਪਾਲ ਜਿਹੜਾ ਹੁਣ ਤੁਸੀਂ ਵੇਖੋ CCTV 'ਚ ਜਿਹੜਾ ਪੁਲਿਸ ਜਿਹੜੀ ਹੈ ਉਹ ਐਨਾਲਾਈਜ਼ ਕਰ ਰਹੀ ਹੈ ਕਿ ਉਹ ਫੋਨ ਤੇ ਗੱਲ ਕਰ ਰਿਹਾ ਲੇਕਿਨ ਉਹ ਪਿੱਛੇ ਦੇਖ ਰਿਹਾ, ਉਹ ਪਿੱਛੇ ਫਿਰ ਮੁੜ ਕੇ ਜਾ ਰਿਹਾ, ਯਾਨੀ ਕਿ ਉਹਨੂੰ ਵੀ ਖਤਰਾ ਹੈ ਕਿ ਇੱਥੇ ਤਾਂ ਨਹੀਂ ਕੋਈ ਪੁਲਿਸ ਦਾ ਕਿਸੇ ਤਰ੍ਹਾਂ ਦੀ ਕੋਈ ਨਾਕੇਬੰਦੀ ਹੈ, ਯਾਨੀ ਇੱਥੇ ਤਾਂ ਨਹੀਂ ਕਿਸੇ ਤਰ੍ਹਾਂ ਦੀ ਕੋਈ ਪੁਲਿਸ ਦੀ ਟਰੈਪ ਲੱਗਿਆ ਹੋਇਆ, ਇਹ ਵੀ ਦੇਖਦਾ ਨਜ਼ਰ ਆ ਰਿਹਾ। ਇਸ ਕਰਕੇ ਉਹ ਬਿਲਕੁਲ ਅਲੱਗ-ਅਲੱਗ ਚੱਲ ਰਹੇ, ਯਾਨੀ ਕਿ ਪਪਲਪ੍ਰੀਤ ਜਿਹੜਾ ਹੈਗਾ ਬੜੇ ਆਰਾਮ ਨਾਲ ਇੱਕ ਹੱਥ 'ਚ ਥੈਲਾ ਫੜਿਆ ਹੋਇਆ, ਅੱਗੇ ਜਾਂਦਾ ਹੈ, ਅੱਗੇ ਤੋਂ ਇੱਕ ਘਰ 'ਚ ਮੁੜ ਜਾਂਦਾ ਹੈ, ਪਿੱਛੇ ਅੰਮ੍ਰਿਤਪਾਲ ਜਿਹੜਾ ਹੈਗਾ ਉਹ ਆਂਦਾ ਹੈ, ਉਸ ਤੋਂ ਬਾਅਦ ਉਹ ਵਾਪਸ ਮੁੜ ਜਾਂਦਾ ਫੋਨ ਤੇ, ਯਾਨੀ ਕਿ ਉਹ ਇੱਕ ਪੂਰਾ ਚੈੱਕ ਕਰ ਰਿਹਾ ਕਿ ਕਿਸੇ ਤਰ੍ਹਾਂ ਦਾ ਕੋਈ ਪਿੱਛੇ ਤਾਂ ਨਹੀਂ ਹੈਗਾ ਜਾਂ ਕਿਸੇ ਤਰ੍ਹਾਂ ਦਾ ਕੋਈ ਟਰੈਪ ਤਾਂ ਨਹੀਂ ਹੈਗਾ ਜਾਂ ਕਿਸੇ ਤਰ੍ਹਾਂ ਦਾ ਕੋਈ ਪੁਲਿਸ ਉਹਦੇ ਪਿੱਛੇ ਤਾਂ ਨਹੀਂ ਹੈ। ਬਹੁਤ ਹੀ ਸ਼ਾਤਿਰ ਤਰੀਕੇ ਨਾਲ ਇਹ ਸਾਰੀ ਜਿਹੜੀ ਚੀਜ਼ਾਂ ਚੱਲ ਰਹੀ ਹੈ, ਇਹ ਸਾਰੀ ਜਿਹੜੀ ਗੇਮ ਚੱਲ ਰਹੀ ਹੈ। अर्शदीप कह सकते हैं कि
बहुत सारी चीज़ां ਇਹਦੇ ਵਿੱਚ ਨਿਕਲ ਕਰ ਸਾਹਮਣੇ ਆ ਰਹੀ ਹੈ क्योंकि लगातार लोकेशन चेंज करना, लगातार हुलिया चेंज करना और लगातार पुलिस ਨੂੰ चकमा देना अपने आप 'ਚ एक बहुत कह सकते हैं ਵੱਡਾ सवाल ਜਿਹੜਾ ਹੈਗਾ ਉਹ ਸਾਹਮਣੇ ਆ ਰਿਹਾ ਹੈ कि आखिर ਇਹ पुलिस ਬਿਲਕੁਲ ਮਨੋਜ ਇਹ ਵੀ ਸਮਝਣਾ ਚਾਹਾਂਗੇ ਕਿ ਇਸ ਵੇਲੇ ਪੰਜਾਬ ਪੁਲਿਸ ਦਾ ਸਰਚ ਆਪਰੇਸ਼ਨ ਕਿੱਥੇ ਪਹੁੰਚਿਆ ਹੈ ਕਿਉਂਕਿ ਜਾਣਕਾਰੀ ਇਹ ਵੀ ਮਿਲ ਰਹੀ ਸੀ ਕਿ ਦਿੱਲੀ ਦੇ ਵਿੱਚ ਨਜ਼ਰ ਆਏ ਨੇ ਜਾਂ ਇਹ ਸ਼ੱਕ ਜਤਾਇਆ ਜਾ ਰਿਹਾ ਕਿ ਦਿੱਲੀ ਪਹੁੰਚੇ ਨੇ ਜਾਂ ਦਿੱਲੀ ਤੋਂ ਕਿੱਥੇ ਚਲੇ ਗਏ ਤਾਂ ਇਸ ਵੇਲੇ ਪੰਜਾਬ ਪੁਲਿਸ ਦੀਆਂ ਟੀਮਾਂ ਕਿੱਥੇ ਛਾਪੇਮਾਰੀ ਕਰ ਰਹੀਆਂ ਨੇ ਕਿਉਂਕਿ 8ਵਾਂ ਦਿਨ ਹੈ ਅਜਿਹੇ ਦੇ ਵਿੱਚ 8 ਦਿਨਾਂ ਦੇ ਵਿੱਚ ਤਾਂ ਜੇ ਤੁਸੀਂ ਕਿਸੇ ਨੂੰ ਵੀ ਗ੍ਰਿਫਤਾਰ ਕਰਨਾ ਉਹ ਕਿਤੇ ਵੀ ਪਹੁੰਚ ਸਕਦਾ ਹੈ 8 ਦਿਨ ਬਹੁਤ ਹੁੰਦੇ ਨੇ ਤਾਂ ਅਜਿਹੇ ਦੇ ਵਿੱਚ ਪੰਜਾਬ ਪੁਲਿਸ ਇਸ ਵੇਲੇ ਕੀ ਕਰ ਰਹੀ ਹੈ देखो ਇਹਦੇ ਵਿੱਚ ਪੰਜਾਬ ਪੁਲਿਸ ਦੀ ਅਸੀਂ ਗੱਲ ਕਰ ਲਈ ਹਾਲਾਂਕਿ ਕੁਐਸਚਨ ਮਾਰਕ ਜ਼ਰੂਰ ਹੈ 8 ਦਿਨ ਹੋ ਚੁੱਕੇ ਨੇ ਅੰਮ੍ਰਿਤਪਾਲ ਲਗਾਤਾਰ ਹਜੇ ਫਰਾਰ ਹੈ ਲੇਕਿਨ ਜਿਹੜੀ ਕੋਆਰਡੀਨੇਸ਼ਨ ਇਹਨਾਂ ਦੀ ਮੀਟਿੰਗ ਹੋਈ ਹੈ ਜੁਆਇੰਟ ਆਪਰੇਸ਼ਨ ਜਿਹੜਾ ਚੱਲ ਰਿਹਾ ਹੈ ਉਹ ਹਰਿਆਣਾ ਪੁਲਿਸ ਦੇ ਨਾਲ ਵੀ ਚੱਲ ਰਿਹਾ ਹੈ ਕਿਉਂਕਿ ਸ਼ਾਹਬਾਦ ਦਾ ਕੇਸ ਆਇਆ ਸਾਹਮਣੇ ਸ਼ਾਹਬਾਦ ਨੂੰ ਵੇਖਿਆ ਗਿਆ ਹਰਿਆਣਾ ਪੁਲਿਸ ਵੀ ਲਗਾਤਾਰ ਇਹਦੇ ਵਿੱਚ ਕੰਮ ਕਰ ਰਹੀ ਹੈ ਇਹਦੇ ਵਿੱਚ ਦਿੱਲੀ ਦੀ ਜਿਹੜੀ ਪੁਲਿਸ ਹੈ ਉਹਦੇ ਨਾਲ ਵੀ ਜੁਆਇੰਟ ਆਪਰੇਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਕਰੀਬ 5 ਤੋਂ 6 ਟੀਮਾਂ ਦਿੱਲੀ ਵੀ ਮੌਜੂਦ ਨੇ ਪੰਜਾਬ ਪੁਲਿਸ ਦੀ ਉਹਦੇ ਵਿੱਚ ਵੀ ਆਈਐਸਬੀਟੀ ਦੇ ਸਾਰੇ ਜਿੰਨੇ ਵੀ ਆਸ-ਪਾਸ ਦੇ ਜਿਹੜੇ ਨੇੜੇ ਤੇੜੇ ਕਸ਼ਮੀਰੀ ਗੇਟ ਜਾਂ ਹੋ ਗਿਆ ਜਾਂ ਜਿੱਥੇ ਵੀ ਨੇੜੇ ਤੇੜੇ ਹੈ ਉੱਥੇ ਦੇ ਸਾਰੇ ਜਿਹੜੇ ਕੈਮਰੇ ਹੈ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਉਸ ਤੋਂ ਇਲਾਵਾ उत्तराखंड पुलिस नाल भी लगातार जिहड़ी हैगी है ਉਹਦੇ ਵਿੱਚ पुलिस जिहड़ी है कोआर्डिनेशन बना के जॉइंट ऑपरेशन जिहड़ा ਕੀਤਾ ਜਾ ਰਿਹਾ है चाहे वो देहरादून होवे चाहे उधम नगर होवे कई इस तरह के एरिए के इनपुट जिहड़े है पुलिस ਨੂੰ मिले ਸੀਗੇ ਜਿਹੜੇ ਹੈਗੇ ਇੰਟੈਲੀਜੈਂਸ ਤੋਂ ਉਸ ਤੋਂ ਬਾਅਦ ਉੱਥੇ ਵੀ ਆਪਰੇਸ਼ਨ ਕੀਤਾ ਜਾ ਰਿਹਾ ਹੈ ਬੜੀ ਵੀ ਬਾਹਰ ਦੀ ਗੱਡੀਆਂ ਹੁਣ ਤਾਂ ਪਬਲਿਕ ਟਰਾਂਸਪੋਰਟ ਜਿਹੜੀ ਰੋਡਵੇਜ਼ ਹੈ ਉਦੋਂ ਵੀ ਹੁਣ ਚੈੱਕ ਕੀਤਾ ਜਾ ਰਿਹਾ ਹੈ ਚਾਹੇ ਉਹ ਗਵਰਨਮੈਂਟ ਹੋਵੇ ਚਾਹੇ ਉਹ ਪ੍ਰਾਈਵੇਟ ਹੋਵੇ ਕਿਉਂਕਿ ਜਿਹੜੀ ਲੁਧਿਆਣਾ ਜਿਹੜੀ ਸੀਸੀਟੀਵੀ ਸਾਹਮਣੇ ਆਈ ਸੀ ਜਿਹੜੀ ਆਈਐਸਬੀਟੀ ਦੀ ਜਿਹੜੀ ਗੱਲ ਸਾਹਮਣੇ ਆਈ ਹੈ ਜਾਂ ਫਿਰ ਪ੍ਰਾਈਵੇਟ ਬੱਸ ਦੀ ਜਿਹੜੀ ਸਾਹਮਣੇ ਆਈ ਹੈ ਉਹਦੇ ਵਿੱਚ ਵੀ ਹੁਣ ਖੁਲਾਸਾ ਹੋਇਆ ਹੈ ਕਿ ਪ੍ਰਾਈਵੇਟ ਬੱਸ ਰਾਹੀਂ ਜਿਹੜਾ ਹੈ ਉਹ ਟਰੈਵਲ ਕਰ ਰਿਹਾ ਹੈ ਜਾਂ ਫਿਰ ਐਕਟਿਵਾ ਤੋਂ ਫਿਰ ਪ੍ਰਾਈਵੇਟ ਬੱਸ ਜਾਂ ਫਿਰ ਪ੍ਰਾਈਵੇਟ ਬੱਸ ਤੋਂ ਕਿਸ ਤਰ੍ਹਾਂ ਉਹ ਜਿਹੜਾ ਹੈਗਾ ਟਰੈਵਲ ਕਰਦਾ ਵੱਖ-ਵੱਖ ਤਰੀਕੇ ਨਾਲ ਯਾਨੀ ਕਿ ਤੁਸੀਂ ਵੇਖੋ ਅਰਦੀਪ ਕਿ ਬੜਾ ਸ਼ਾਤਿਰ ਤਰੀਕੇ ਨਾਲ ਇਹ ਸਾਰੀ ਚੀਜ਼ਾਂ ਕਰਦਾ ਨਜ਼ਰ ਆ ਰਿਹਾ ਹੈ ਔਰ ਇੱਕ ਚੀਜ਼ ਸੀਸੀਟੀਵੀ 'ਚ ਵੀ ਸਾਹਮਣੇ ਆ ਰਹੀ ਹੈ ਸੀਸੀਟੀਵੀ ਵੀ ਕੈਪਚਰ ਹੋ ਰਿਹਾ ਹੈ ਲੇਕਿਨ ਉਹਦੇ ਬਾਵਜੂਦ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੈ ਹਜੇ ਤੱਕ ਇਹ ਨਹੀਂ ਪਤਾ ਕਿ ਅੰਮ੍ਰਿਤਪਾਲ ਕਿੱਥੇ ਹੈ ਤਾਂ ਕਹਿ ਸਕਦੇ ਹਾਂ ਕਿਉਂਕਿ ਇਹ ਜਿਹੜੇ ਅਨਿਲ ਵਿਜ ਵੀ ਇਹ ਕਹਿ ਚੁੱਕੇ ਨੇ ਹਰਿਆਣਾ ਦੇ ਜਿਹੜੇ ਮੰਤਰੀ ਨੇ ਉਹ ਵੀ ਕਹਿ ਚੁੱਕੇ ਨੇ ਕਿ ਪੁਲਿਸ ਨੂੰ ਅਸੀਂ ਪਹਿਲਾਂ ਇਨਫਾਰਮ ਕੀਤਾ ਸੀਗਾ 1.5 ਦਿਨ ਪੁਲਿਸ ਲੇਟ ਸੀਗੀ ਪੰਜਾਬ ਪੁਲਿਸ 1.5 ਦਿਨ ਲੇਟ ਸੀਗੀ ਔਰ 1.5 ਦਿਨ ਬਹੁਤ ਹੁੰਦਾ ਹੈ ਬਹੁਤ ਜਿਹੜਾ ਇੱਕ ਦਿਨ ਪੂਰਾ ਤੇ ਆਧਾ ਦਿਨ ਪੂਰਾ ਇਹ ਬਹੁਤ ਹੁੰਦਾ ਹੈ ਕਿਸੇ ਵੀ ਜਿਹੜਾ ਅਪਰਾਧੀ ਹੈ ਜਾਂ ਫਿਰ ਕੋਈ ਵੀ ਸ਼ਾਤਿਰ ਹੈ ਜਾਂ ਫਿਰ ਕੋਈ ਵੀ ਕਿਹਾ ਕਿ 1.5 ਦਿਨ ਲੱਗਿਆ ਪੰਜਾਬ ਪੁਲਿਸ ਨੂੰ ਸ਼ਾਹਬਾਦ ਪਹੁੰਚਣ ਤੇ ਅਸੀਂ ਪਹਿਲਾਂ ਹੀ ਇਨਫਾਰਮ ਕਰ ਦਿੱਤਾ ਸੀ ਮਨੋਜ ਇਸ ਬਿਆਨ ਨੂੰ ਲੈ ਕੇ ਪੁਲਿਸ ਦੇ ਨਾਲ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਕੋਈ ਗੱਲਬਾਤ ਹੋਈ ਹੈ ਕਿ ਇੰਨੀ ਦੇਰੀ ਕਿਉਂ ਲੱਗੀ ਜੋ ਅਨਿਲ ਵਿਜ ਦਾ ਬਿਆਨ ਹੈ ਜੇ ਉਹ ਸਹੀ ਹੈ ਤਾਂ ਇੰਨੀ ਦੇਰੀ ਕਿਉਂ ਲੱਗੀ देखो ये भी क्वेश्चन मार्क है ये भी सवालिया निशान है कि आखिर पुलिस उदे 2 दिन पहला उदे 2 दिन पीछे क्यों है 2 दिन पीछे का मतलब यह है कि कोई भी शातिर कोई भी वांटेड वो अपना ठिकाना बड़े ही आसानी नाल ਜਿਹੜਾ ਹੈਗਾ ਲੋਕੇਸ਼ਨ ਚੇਂਜ ਕਰ ਸਕਦਾ ਹੈ 2 ਦਿਨ 1.5 ਦਿਨ ਬਹੁਤ ਹੁੰਦਾ ਅਰਸ਼ਦੀਪ ਕਿਸੇ ਵੀ ਸ਼ਾਤਿਰ ਅਪਰਾਧੀ ਨੂੰ ਆਪਣੀ ਲੋਕੇਸ਼ਨ ਚੇਂਜ ਕਰਨ ਵਾਸਤੇ ਆਪਣਾ ਹੁਲੀਆ ਚੇਂਜ ਕਰਨ ਵਾਸਤੇ ਆਪਣਾ ਪੂਰਾ ਜਿਹੜਾ ਹੈਗਾ ਉਹ ਚੀਜ਼ਾਂ ਚੇਂਜ ਵਾਸਤੇ ਕਿਉਂਕਿ ਉਹਦੇ ਨਾਲ ਪਪਲਪ੍ਰੀਤ ਤੇ ਹੋਰ ਵੀ ਕਈ ਲੋਕ ਜਿਹੜੇ ਹੈਗੇ ਉਹਨੂੰ ਲੌਜਿਸਟਿਕ ਚੀਜ਼ਾਂ ਮੁਹੱਈਆ ਕਰਾਣੇ ਹਰਿਆਣਾ ਪੁਲਿਸ ਹਰਿਆਣਾ ਮੰਤਰੀ ਇਹ ਸਾਫ਼ ਕਰ ਚੁੱਕੇ ਨੇ ਕਿ ਪੰਜਾਬ ਪੁਲਿਸ ਨੂੰ ਉਹਨਾਂ ਨੇ ਜਿਹੜੀ ਹਰਿਆਣਾ ਪੁਲਿਸ ਨੇ ਇਨਫੋਰਮੇਸ਼ਨ ਦਿੱਤੀ ਸੀ ਲੇਕਿਨ 1.5 दिन लेट पुलिस पंजाब पुलिस क्यों रही यह भी सवालिया निशान है हालांकि पंजाब पुलिस के अधिकारी ये साफ तौर पर कहते नजर आ रहे हैं कि किसी भी तरह की कोई देरी नहीं हुई लगातार साडा एक्शन जिहड़ा वो लगातार चलता रहा लेकिन जब असीं उत्थे पहुंचते हैं तो वो बड़े ही शातिर तरीके नाल अमृतपाल उत्थों निकल जाता है यानी कि फरार हो जाता तुसीं ये वेखो कि पॉइंट टू पॉइंट पल पल की मिनट की जिहड़ी अपडेट है अमृतपाल तक पहुंच रही है और अमृतपाल उसी हिसाब नाल अपना हुलिया चेंज कर रहा है उसी हिसाब नाल अपनी लोकेशन चेंज कर रहा है उसी हिसाब नाल अपनी जिहड़ा जिहदे विच भी जाना उन्हें चाहे एक्टिवा होवे चाहे बाइक होवे चाहे आटो होवे चाहे पब्लिक ट्रांसपोर्ट होवे चाहे वो किसी भी तरह का जिहड़ा ट्रांसपोर्ट होवे उहदे हिसाब नाल वो चल रहा है और उहदी मदद कर रहा है नाल दे नाल पपलप्रीत उहदी मदद होर भी कोई तीजा परसन कर रहा है क्योंकि ये बहुत सारी चीज़ों को लैके जिहड़ी सीसीटीवी फुटेज सामने आ रही है पुलिस को जिहड़े क्लूज पुलिस को मिल रहे हैं जिहड़े इनपुट पुलिस को मिल रहे हैं उत्थे जाके छापेमारी की जा रही है लेकिन सफलता हजे तक नहीं मिली है क्यों क्योंकि पुलिस हजे भी 1 दिन 1.5 दिन अमृतपाल तो पीछे है पीछे होने का मतलब यह है कि हजे तक अमृतपाल अरेस्ट नहीं होया अमृतपाल किथे है यह हजे तक नहीं पता उहदी 1.5 दिन पहला दी सीसीटीवी पुलिस नूं मिलदी है 1 दिन पहला दी सीसीटीवी पुलिस नूं मिलदी है उहदा फायदा की है ਉਹਦਾ ਫਾਇਦਾ ਕੀ ਹੈ ਜਦ ਉਹ ਅੰਮ੍ਰਿਤਪਾਲ ਉੱਥੋਂ ਨਿਕਲ ਜਾਂਦਾ ਹੈ ਬਾਅਦ ਚ ਉੱਥੇ ਪੁਲਿਸ ਪਹੁੰਚਦੀ ਹੈ
ਤਾਂ ਉਹ ਆਕੇ ਜਾ ਕੇ ਆਪਣੀ ਹੋਰ ਰਣਨੀਤੀ ਤਿਆਰ ਕਰਦਾ ਹੈ, ਹੋਰ ਆਪਣਾ ਹੁਲੀਆ ਚੇਂਜ ਕਰਦਾ ਹੈ, ਲੋਕੇਸ਼ਨ ਚੇਂਜ ਕਰ ਰਿਹਾ ਹੈ। ਯਾਨੀ ਕਿ ਤੁਸੀਂ ਦੇਖੋ ਕਿ ਕਿੰਨਾ ਸ਼ਾਤਿਰ ਤਰੀਕੇ ਨਾਲ ਆਪਣੀ ਲੋਕੇਸ਼ਨ ਚੇਂਜ ਕਰਦਾ ਨਜ਼ਰ ਆ ਰਿਹਾ। 1 ਘੰਟੇ 'ਚ ਆਪਣਾ ਹੁਲੀਆ, 1 ਘੰਟੇ 'ਚ ਆਪਣੀ ਲੋਕੇਸ਼ਨ, ਕਦੇ ਬੱਸ, ਕਦੇ ਆਟੋ, ਕਦੇ ਬਾਈਕ, ਕਦੇ ਐਕਟਿਵਾ। ਇਹ ਬਹੁਤ ਸਾਰੀ ਤਰੀਕਾ ਜਿਹੜੀ ਹੈਗੀ ਹੈ, ਕਿਉਂਕਿ ਜਿਸ ਦਿਨ ਇਹ ਵੀ ਇੱਕ ਪੁਆਇੰਟ ਸਾਹਮਣੇ ਆਇਆ, ਇੱਕ ਹੋਰ ਪੁਲਿਸ ਦਾ ਇੱਥੇ ਫੇਲਿਅਰ ਜ਼ਰੂਰ ਕਹਾਂਗੇ ਕਿ ਜਿੱਥੇ ਜਿਸ ਦਿਨ 18 ਮਾਰਚ ਨੂੰ ਇਹ ਸਾਰੀ ਚੀਜ਼ਾਂ ਹੋਈ, ਲਗਾਤਾਰ ਪੁਲਿਸ ਨੇ ਟੋਲ ਪਲਾਜ਼ਾ ਸਾਰੇ ਨਾਕੇਬੰਦੀ ਕਰ ਲਈ, ਪੂਰੇ ਜਿਹੜੇ ਹੈਗਾ ਉੱਥੇ ਨਾਕੇ ਲਾਤੇ, ਲੇਕਿਨ ਜਿਹੜੇ ਇੰਟਰਨਲ ਰੋਡ ਸੀਗੇ, ਜਿਹੜੇ ਬਾਈਕ ਸਵਾਰ ਸੀਗੇ, ਜਿਹੜੇ ਮੋਟਰਸਾਈਕਲ ਸਵਾਰ ਸੀਗੇ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਰੋਕਿਆ ਨਹੀਂ ਗਿਆ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਚੈਕਿੰਗ ਨਹੀਂ ਕੀਤੀ ਗਈ। ਔਰ ਇਸੇ ਦਾ ਫਾਇਦਾ ਅੰਮ੍ਰਿਤਪਾਲ ਨੇ ਚੁੱਕਿਆ, ਇਸੇ ਦਾ ਫਾਇਦਾ ਅੰਮ੍ਰਿਤਪਾਲ ਨੇ ਚੁੱਕਿਆ ਤੇ ਬਾਈਕਾਂ ਤੇ ਸਵਾਰ ਹੋ ਕੇ ਉਹ ਅੱਗੇ ਤੋਂ ਅੱਗੇ ਉਹ ਜਿਹੜਾ ਹੈਗਾ ਉਹ ਨਿਕਲ ਚੁੱਕਿਆ ਸੀਗਾ। ਯਾਨੀ ਕਿ ਉਹਨੇ ਜਲੰਧਰ ਕ੍ਰਾਸ ਕੀਤਾ, ਲੁਧਿਆਣਾ ਕ੍ਰਾਸ ਕੀਤਾ, ਪਟਿਆਲਾ ਕ੍ਰਾਸ ਕੀਤਾ, ਸ਼ਾਹਬਾਦ ਕ੍ਰਾਸ ਕੀਤਾ ਤੇ ਹੁਣ ਉਹ ਕਿੱਥੇ ਹੈ? ਹਜੇ ਵੀ ਸਵਾਲ ਜਿਹੜਾ ਹੈਗਾ ਉਹ ਬਰਕਰਾਰ ਹੈ। ਤਾਂ ਕਹਿ ਸਕਦੇ ਹਾਂ ਕਿ ਪੁਲਿਸ ਲਗਾਤਾਰ ਉਹਦੀ ਭਾਲ ਕਰ ਰਹੀ ਸੀ, ਉਹਦੀ ਮਰਸੀਡੀਜ਼ ਗੱਡੀ ਦੀ ਭਾਲ ਕਰ ਰਹੀ ਸੀ, ਉਹਦੀ ਐਂਡੇਵਰ ਦੀ ਭਾਲ ਕਰ ਰਹੀ ਸੀਗੀ, ਉਹਦੇ ਸਾਥੀਆਂ ਦੀ ਭਾਲ ਕਰ ਰਹੀ ਸੀਗੀ, ਲੇਕਿਨ ਅੰਮ੍ਰਿਤਪਾਲ ਬੜੇ ਸ਼ਾਤਿਰ ਤਰੀਕੇ ਨਾਲ ਬਾਈਕਾਂ ਤੇ ਸਵਾਰ ਹੋ ਕੇ ਨਿਕਲ ਗਿਆ, ਜੁਗਾੜੂ ਤੇ ਸਵਾਰ ਹੋ ਕੇ ਨਿਕਲ ਗਿਆ, ਆਟੋ ਉਹਨੇ ਚੇਂਜ ਕੀਤਾ। ਤੇ ਇਹ ਬਹੁਤ ਸਾਰੇ ਸਵਾਲ ਨੇ ਜਿਹਦੇ ਤੇ ਹੁਣ ਪੁਲਿਸ ਹਾਲਾਂਕਿ ਕਿਤੇ ਨਾ ਕਿਤੇ ਕੁਐਸਚਨ ਮਾਰਕ ਖੜਾ ਹੁੰਦਾ, ਲੇਕਿਨ ਉਹਦੇ ਬਾਵਜੂਦ ਹੁਣ ਅੰਮ੍ਰਿਤਪਾਲ ਕਿੱਥੇ ਹੈ? ਸਵਾਲ ਹਜੇ ਵੀ ਬਰਕਰਾਰ ਹੈ, ਕਿਉਂਕਿ ਨਵੀਂ ਜਿਹੜੀ ਸੀਸੀਟੀਵੀ ਫੁਟੇਜ ਆ ਰਹੇ ਹੈ, ਹਰਿਆਣਾ ਪੁਲਿਸ ਨੇ ਵੀ ਇਹਦੇ ਵਿੱਚ ਸਾਫ਼ ਤੌਰ ਤੇ ਕਿਹਾ, ਹਰਿਆਣਾ ਦੇ ਮੰਤਰੀ ਨੇ ਇਹਦੇ ਵਿੱਚ ਸਾਫ਼ ਤੌਰ ਤੇ ਕਿਹਾ ਕਿ ਪੁਲਿਸ ਲੇਟ ਸੀਗੀ ਔਰ ਉਹਦਾ ਖਾਮਿਆਜ਼ਾ ਜਿਹੜਾ ਹੈਗਾ ਉਹ ਹਜੇ ਵੀ ਭੁਗਤਣਾ ਪੈ ਰਿਹਾ ਪੰਜਾਬ ਪੁਲਿਸ ਨੂੰ ਕਿ ਹਜੇ ਤੱਕ ਅੰਮ੍ਰਿਤਪਾਲ ਕਿੱਥੇ ਹੈ ਇਹ ਕਿਸੇ ਵੀ ਨੂੰ ਨਹੀਂ ਪਤਾ। ਯਾਨੀ ਕਿ ਲੋਕੇਸ਼ਨ ਚੇਂਜ, ਹੁਲੀਆ ਚੇਂਜ, ਕਦੇ ਸਾਧੂ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਸਾਧੂ ਦਾ ਭੇਜ ਕੀਤਾ ਹੈ, ਕਦੇ ਜਿਹੜਾ ਪੈਂਟ ਕੋਟ ਪਾ ਰਿਹਾ ਹੈ, ਕਦੇ ਜਿਹੜੀ ਹੈਗੇ ਸਿੰਪਲ ਪੈਂਟ ਸ਼ਰਟ ਪਾ ਰਿਹਾ ਹੈ, ਕਦੇ ਟਰਬਨ ਚੇਂਜ ਹੋ ਰਹੀ ਹੈ, ਕਦੇ ਜਿਹੜਾ ਹੈਗਾ ਉਹ ਚਸ਼ਮਾ ਲਾ ਰਿਹਾ ਹੈ, ਕਦੇ ਉਹ ਇਸ ਤਰ੍ਹਾਂ ਦੀ ਜਿਹੜੀ ਹੈਗੀ ਸੀਸੀਟੀਵੀ ਫੁਟੇਜ ਕਿਤੇ ਨਾ ਕਿਤੇ ਹੁਣ ਸਾਰੀ ਕਲੈਕਟ ਤਾਂ ਕਰ ਰਹੀ ਹੈ। ਪੰਜਾਬ ਪੁਲਿਸ ਸਾਰੀ ਕਲੈਕਸ਼ਨ 'ਚ ਲੱਗੀ ਹੋਈ ਹੈ, ਤਾਂ ਕਹਿ ਸਕਦੇ ਹਾਂ ਕਿ ਜਲਦ ਹੀ ਸਫਲਤਾ ਵੀ ਮਿਲ ਸਕਦੀ ਹੈ। ਲੇਕਿਨ ਇੰਟੈਲੀਜੈਂਸ ਜਿਹੜਾ ਕੰਮ ਕਰ ਰਿਹਾ ਹੈ, ਖੁਫੀਆ ਏਜੰਸੀ ਜਿਹੜੀ ਕੰਮ ਕਰ ਰਹੀ ਹੈ, ਹੁਣ ਤਾਂ NIA ਇਹਦੇ ਵਿੱਚ ਲੱਗੀ ਹੋਈ ਹੈ, ਲੇਕਿਨ ਹਜੇ ਤੱਕ ਅੰਮ੍ਰਿਤਪਾਲ ਕਿੱਥੇ ਹੈ ਇਹਦਾ ਹਜੇ ਕਿਸੇ ਕੋਲ ਜਿਹੜਾ ਜਵਾਬ ਹੈ ਉਹ ਨਹੀਂ ਮਿਲ ਪਾ ਰਿਹਾ। ਅਜਦੀਪ ਜੀ ਬਿਲਕੁਲ ਅਜੇ ਤੱਕ ਜਵਾਬ ਨਹੀਂ ਮਿਲ ਰਿਹਾ। ਫਿਲਹਾਲ ਦੇ ਲਈ ਸ਼ੁਕਰੀਆ ਮਨੋਜ, ਪੂਰੀ ਜਾਣਕਾਰੀ ਦੇ ਲਈ। ਤਾਂ ਪੰਜਾਬ ਪੁਲਿਸ ਅਜੇ ਵੀ ਤਲਾਸ਼ ਕਰ ਰਹੀ ਹੈ। ਦਿੱਲੀ ਪੁਲਿਸ ਦੇ ਨਾਲ ਮਿਲ ਕੇ ਸਰਚ ਆਪਰੇਸ਼ਨ ਚਲਾਇਆ ਗਿਆ। ਦਿੱਲੀ ਦੇ ਵਿੱਚ ਜਿਹੜੀ ਚਰਚਾ ਹੈ ਉਹ ਇਹ ਹੋ ਰਹੀ ਹੈ ਜਾਂ ਜਾਣਕਾਰੀ ਇਹ ਮਿਲੀ ਹੈ ਕਿ ਅੰਮ੍ਰਿਤਪਾਲ ISBT ਬੱਸ ਅੱਡੇ ਤੇ ਨਜ਼ਰ ਆਇਆ ਹੈ, ਸਾਧੂ ਦੇ ਭੇਜ ਦੇ ਵਿੱਚ ਨਜ਼ਰ ਆਇਆ ਹੈ, ਤਾਂ ਉਸ ਨੂੰ ਲੈ ਕੇ ਵੀ ਜਾਂਚ ਹੋ ਰਹੀ ਹੈ। CCTV ਖੰਗਾਲੇ ਜਾ ਰਹੇ ਨੇ ਕਸ਼ਮੀਰੀ ਗੇਟ ਇਲਾਕੇ ਦੇ। ਦੂਸਰੇ ਪਾਸੇ ਇਹ CCTV ਤਸਵੀਰਾਂ ਸਾਹਮਣੇ ਆਈਆਂ ਨੇ ਜੋ ਪਟਿਆਲਾ ਦੀਆਂ ਨੇ। ਹੁਣ ਜਾਣਕਾਰੀ ਇਹ ਮਿਲ ਰਹੀ ਹੈ ਕਿ ਲੁਧਿਆਣਾ ਤੋਂ ਇਹ ਪਹਿਲਾਂ ਪਟਿਆਲੇ ਗਏ ਨੇ, ਫਿਰ ਪਟਿਆਲੇ ਤੋਂ ਹਰਿਆਣਾ ਦੇ ਸ਼ਾਹਬਾਦ ਗਏ ਨੇ। ਪਪਲਪ੍ਰੀਤ ਤੇ ਅੰਮ੍ਰਿਤਪਾਲ ਇਹਨਾਂ CCTV ਤਸਵੀਰਾਂ 'ਚ ਨਜ਼ਰ ਆ ਰਹੇ ਨੇ। 2 CCTV ਤਸਵੀਰਾਂ ਦਿਖਾ ਰਹੇ ਹਾਂ। ਅੰਮ੍ਰਿਤਪਾਲ ਪਹਿਲਾਂ ਇੱਕ ਜੈਕਟ, ਮੂੰਹ ਤੇ ਰੁਮਾਲ ਰੱਖੇ ਨਜ਼ਰ ਆਉਂਦਾ ਹੈ, ਹੱਥ ਦੇ ਵਿੱਚ ਬੈਗ ਹੈ। ਦੂਸਰੀ ਤਸਵੀਰ ਹੈ ਜਿਸ ਦੇ ਵਿੱਚ ਉਸ ਦਾ ਚਿਹਰਾ ਸਾਫ਼ ਨਜ਼ਰ ਆ ਰਿਹਾ ਹੈ, ਇੱਕ ਜੈਕਟ ਪਾਈ ਹੋਈ ਹੈ। ਇੱਕ ਘਰ ਦੇ ਵਿੱਚੋਂ ਬਾਹਰ ਨਿਕਲਦਾ ਹੋਇਆ ਅੰਮ੍ਰਿਤਪਾਲ ਨਜ਼ਰ ਆ ਰਿਹਾ, ਫਿਰ ਫੋਨ ਤੇ ਗੱਲ ਕਰਦਾ ਹੋਇਆ ਵਾਪਸ ਆਉਂਦਾ ਹੋਇਆ ਜਿੱਥੇ ਉਹਦਾ ਚਿਹਰਾ ਨਜ਼ਰ ਆ ਰਿਹਾ ਕਾਫੀ ক্লোਜ਼। ਤਾਂ ਪਪਲਪ੍ਰੀਤ ਤੇ ਅੰਮ੍ਰਿਤਪਾਲ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਇੱਕ ਹੋਰ CCTV ਹੁਣ ਸਾਹਮਣੇ ਆ ਚੁੱਕੀ ਹੈ ਜੋ ਪਟਿਆਲਾ ਦੀ ਦੱਸੀ ਜਾ ਰਹੀ ਹੈ ਕਿ ਪਹਿਲਾਂ ਲੁਧਿਆਣਾ ਤੋਂ ਇਹ ਪਟਿਆਲਾ ਗਏ ਨੇ ਤੇ ਫਿਰ ਉੱਥੋਂ ਹਰਿਆਣਾ ਦੇ ਸ਼ਾਹਬਾਦ ਪਹੁੰਚੇ ਨੇ। ਉਧਰ ਅੰਮ੍ਰਿਤਪਾਲ ਦੇ ਨਾਲ ਜੁੜੀਆਂ ਵੱਖ-ਵੱਖ CCTV ਤਸਵੀਰਾਂ ਹੁਣ ਤੱਕ ਸਾਹਮਣੇ ਆ ਚੁੱਕੀਆਂ ਨੇ ਜਿਨ੍ਹਾਂ ਨੂੰ ਲੈ ਕੇ ਹੁਣ ਕੜੀਆਂ ਜੁੜ ਰਹੀਆਂ ਨੇ। ਵੱਖ-ਵੱਖ CCTV ਤਸਵੀਰਾਂ ਤੁਹਾਨੂੰ ਵਿਖਾਉਂਦੇ ਆ ਕਿ ਕਿਵੇਂ ਕੜੀਆਂ ਜੁੜ ਰਹੀਆਂ ਨੇ। ਇੱਕ ਤੋਂ ਬਾਅਦ ਇੱਕ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਨੇ। CCTV ਤਸਵੀਰਾਂ ਵੱਖੋ ਵੱਖਰੇ ਇਲਾਕਿਆਂ ਦੀਆਂ। ਤਾਂ ਇਹ 6 ਤਸਵੀਰਾਂ ਇਸ ਵੇਲੇ ਦਿਖਾ ਰਹੇ ਹਾਂ। ਨੰਗਲ ਅੰਬੀਆਂ ਪਿੰਡ ਦੀ 18 ਮਾਰਚ ਦੀ ਤਸਵੀਰ ਹੈ ਜਿਸ ਦਿਨ ਇਹ ਪੂਰਾ ਆਪਰੇਸ਼ਨ ਪੁਲਿਸ ਦਾ ਸ਼ੁਰੂ ਹੋਇਆ ਸੀ ਅੰਮ੍ਰਿਤਪਾਲ ਦੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ। ਨੰਗਲ ਅੰਬੀਆਂ ਤੋਂ ਭੇਸ ਬਦਲਿਆ, ਕੱਪੜੇ ਬਦਲੇ, ਗੁਲਾਬੀ ਰੰਗ ਦੀ ਪੱਗ ਬੰਨੀ, ਕਾਲਾ ਚਸ਼ਮਾ ਲਗਾਇਆ ਤੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਉੱਥੋਂ ਅੰਮ੍ਰਿਤਪਾਲ ਫਰਾਰ ਹੋਇਆ। ਪਪਲਪ੍ਰੀਤ ਤੇ ਮੋਟਰਸਾਈਕਲ ਚਲਾ ਰਿਹਾ ਸੀ। ਫਿਰ ਇੱਕ ਹੋਰ ਤਸਵੀਰ ਸਾਹਮਣੇ ਆਈ, ਸ਼ੇਖੂਪੁਰ ਦੀ ਇਹ ਤਸਵੀਰ ਹੈ ਜਿੱਥੇ ਕਿਸੇ ਹੋਰ ਸ਼ਖਸ ਦੇ ਪਿੱਛੇ ਅੰਮ੍ਰਿਤਪਾਲ ਬੈਠਾ ਨਜ਼ਰ ਆ ਰਿਹਾ ਹੈ। ਲੋਈ ਦੀ ਬੁੱਕਲ ਮਾਰੀ ਹੋਈ ਹੈ। ਤੇ 18 ਮਾਰਚ ਦੀ ਲੁਧਿਆਣਾ ਦੀ ਰਾਤ ਦੀ ਤਸਵੀਰ ਹੈ ਸ਼ੇਰਪੁਰ ਚੌਕ ਦੀ ਜਿੱਥੋਂ
ਕੋਈ ਪ੍ਰਾਈਵੇਟ ਬੱਸ ਫੜੀ ਹੈ। ਪਹਿਲਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਲੁਧਿਆਣਾ ਤੋਂ ਅੰਮ੍ਰਿਤਪਾਲ ਸ਼ਾਹਬਾਦ ਪਹੁੰਚਿਆ ਹੈ, ਸਿੱਧਾ ਉਹ ਸ਼ਾਹਬਾਦ ਹਰਿਆਣੇ ਗਏ ਨੇ। ਲੇਕਿਨ ਹੁਣ ਪਟਿਆਲੇ ਤੋਂ ਵੀ ਇੱਕ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ ਜੋ 20 ਮਾਰਚ ਦੀ ਦੱਸੀ ਜਾ ਰਹੀ ਹੈ ਤੇ ਇਹ ਪਟਿਆਲੇ ਦੇ ਵਿੱਚ ਅੰਮ੍ਰਿਤਪਾਲ ਤੇ ਪਵਨਪ੍ਰੀਤ ਨਜ਼ਰ ਆ ਰਹੇ ਨੇ। ਇਹ ਤਸਵੀਰ ਜਿਹੜੀ ਹੈ ਉਹ ਪਟਿਆਲਾ ਤੋਂ ਸਾਹਮਣੇ ਆਈ ਹੈ। ਅੰਦਾਜ਼ਾ ਹੁਣ ਇਹ ਲਗਾਇਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਤੇ ਪਵਨਪ੍ਰੀਤ ਲੁਧਿਆਣਾ ਤੋਂ ਪਹਿਲਾਂ ਪਟਿਆਲੇ ਗਏ ਨੇ ਤੇ ਫਿਰ ਉੱਥੋਂ ਉਹ ਹਰਿਆਣਾ ਦੇ ਸ਼ਾਹਬਾਦ ਗਏ ਨੇ, ਜਿੱਥੋਂ 2 ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੋਂ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅੰਮ੍ਰਿਤਪਾਲ ਤੇ ਪਵਨਪ੍ਰੀਤ ਨੂੰ ਪਨਾਹ ਦੇਣ ਦੇ ਇਲਜ਼ਾਮ ਦੇ ਵਿੱਚ, ਤੇ ਉਸ ਤੋਂ ਵੀ ਪੁੱਛਗਿੱਛ ਦੇ ਵਿੱਚ ਕਈ ਕਿਸਮ ਦੇ ਖੁਲਾਸੇ ਹੋ ਰਹੇ ਨੇ। ਤਾਂ ਵੱਖ-ਵੱਖ ਸੀਸੀਟੀਵੀ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤੇ ਜਿਹੜੀ ਲੇਟੈਸਟ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ ਉਹ ਪਟਿਆਲਾ ਤੋਂ ਹੈ। ਜੋ ਅਸੀਂ 2 ਤਸਵੀਰਾਂ ਦਿਖਾ ਰਹੇ ਹਾਂ, ਪਟਿਆਲਾ ਤੋਂ ਇਹ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਲੁਧਿਆਣਾ ਤੋਂ ਪਹਿਲਾਂ ਇਹ ਦੋਵੇਂ ਅੰਮ੍ਰਿਤਪਾਲ ਤੇ ਪਵਨਪ੍ਰੀਤ ਇਹ ਪਹਿਲਾਂ ਪਟਿਆਲਾ ਗਏ ਨੇ ਤੇ ਫਿਰ ਪਟਿਆਲਾ ਤੋਂ ਹਰਿਆਣਾ ਦੇ ਸ਼ਾਹਬਾਦ ਗਏ ਨੇ, ਜਿੱਥੇ ਉਹ ਰਾਤ ਰੁਕੇ ਨੇ ਤੇ ਉਸ ਤੋਂ ਬਾਅਦ ਅੱਗੇ ਕਿਤੇ ਹੋਰ ਰਵਾਨਾ ਹੋਏ ਨੇ। ਕੁਰੂਕਸ਼ੇਤਰ ਤੋਂ ਇੱਕ ਸੀਸੀਟੀਵੀ ਤਸਵੀਰ ਸਾਹਮਣੇ ਆਈ ਬੱਸ ਅੱਡੇ ਤੋਂ। ਅੰਦਾਜ਼ਾ ਲਗਾਇਆ ਜਾ ਰਿਹਾ ਕਿ ਉੱਥੋਂ ਫਿਰ ਉਹ ਕਿਸੇ ਹੋਰ ਜਗ੍ਹਾ ਦੇ ਉੱਤੇ ਜਾਂ ਕਿਸੇ ਦੂਸਰੇ ਸੂਬੇ ਦੇ ਵਿੱਚ ਗਏ ਹੋ ਸਕਦੇ ਨੇ, ਜਿਸ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ। ਉਧਰ ਹੁਣ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਅੰਮ੍ਰਿਤਪਾਲ ਦੇਸ਼ ਛੱਡਣ ਦੀ ਫਿਰਾਕ ਦੇ ਵਿੱਚ ਹੈ, ਯੂਕੇ ਭੱਜਣ ਦੀ ਪਲੈਨਿੰਗ ਕਰ ਰਿਹਾ ਸੀ। ਅੰਮ੍ਰਿਤਪਾਲ ਨੇ ਯੂਕੇ ਦੀ ਨਾਗਰਿਕਤਾ ਮੰਗੀ ਸੀ, ਇਸੇ ਸਾਲ ਫਰਵਰੀ ਮਹੀਨੇ ਦੇ ਵਿੱਚ ਅਪਲਾਈ ਕੀਤਾ ਸੀ। ਅੰਮ੍ਰਿਤਪਾਲ ਦੀ ਪਤਨੀ ਯੂਕੇ ਦੀ ਨਾਗਰਿਕ ਹੈ ਤੇ ਪਤਨੀ ਦੇ ਆਧਾਰ ਤੇ ਅਪਲਾਈ ਕੀਤਾ ਸੀ ਫਰਵਰੀ ਦੇ ਵਿੱਚ। ਇਸੇ ਸਾਲ ਫਰਵਰੀ ਦੇ ਵਿੱਚ ਅੰਮ੍ਰਿਤਪਾਲ ਨੇ ਯੂਕੇ ਦੀ ਨਾਗਰਿਕਤਾ, ਯੂਕੇ ਦੀ ਸਿਟੀਜ਼ਨਸ਼ਿਪ ਮੰਗੀ ਸੀ। ਜਾਣਕਾਰੀ ਦੇ ਮੁਤਾਬਕ ਅੰਮ੍ਰਿਤਪਾਲ ਦੀ ਅਰਜ਼ੀ ਯੂਕੇ ਦੀਆਂ ਅਥਾਰਟੀਜ਼ ਦੇ ਕੋਲ ਪੈਂਡਿੰਗ ਪਈ ਹੈ ਤੇ ਇਸ ਤੇ ਹਾਲੇ ਤੱਕ ਕੋਈ ਵਿਚਾਰ ਨਹੀਂ ਕੀਤਾ ਗਿਆ। ਮੰਨਿਆ ਜਾ ਰਿਹਾ ਕਿ ਅੰਮ੍ਰਿਤਪਾਲ ਨੂੰ ਆਪਣੇ ਵਿਰੁੱਧ ਵੱਡੇ ਐਕਸ਼ਨ ਦੀ ਤਿਆਰੀ ਦਾ ਪਤਾ ਸੀ, ਜਿਸ ਦੇ ਚੱਲਦੇ ਉਹ ਸੁਰੱਖਿਅਤ ਦੇਸ਼ ਤੋਂ ਬਾਹਰ ਨਿਕਲਣਾ ਚਾਹੁੰਦਾ ਸੀ ਤੇ ਇਸੇ ਕਰਕੇ ਉਸਨੇ ਯੂਕੇ ਦੀ ਨਾਗਰਿਕਤਾ ਦੇ ਲਈ ਅਪਲਾਈ ਕੀਤਾ ਹੋਇਆ ਸੀ। ਵੱਡੀ ਖਬਰ ਅੰਮ੍ਰਿਤਪਾਲ ਦੇ ਨਾਲ ਜੁੜੀ। ਅੰਮ੍ਰਿਤਪਾਲ ਨੇ ਯੂਕੇ ਦੀ ਨਾਗਰਿਕਤਾ ਮੰਗੀ ਸੀ। ਹਾਲਾਂਕਿ ਅੰਮ੍ਰਿਤਪਾਲ ਨੇ ਬਿਆਨ ਦਿੱਤੇ, ਮੀਡੀਆ ਦੇ ਵਿੱਚ ਬਿਆਨ ਦਿੱਤੇ ਕਿ ਉਹ ਵਾਪਸ ਆਇਆ ਹੈ, ਬਾਹਰੋਂ ਵਾਪਸ ਆਇਆ ਹੈ, ਉਹ ਵੀ ਇੱਥੇ ਹੀ ਰਹੇਗਾ ਤੇ ਉਸਦੀ ਪਤਨੀ ਵੀ ਇੱਥੇ ਹੀ ਰਹੇਗੀ। ਲੇਕਿਨ ਫਰਵਰੀ ਦੇ ਵਿੱਚ ਯੂਕੇ ਦੀ ਸਿਟੀਜ਼ਨਸ਼ਿਪ ਦੇ ਲਈ ਅੰਮ੍ਰਿਤਪਾਲ ਨੇ ਅਪਲਾਈ ਕੀਤਾ ਸੀ। ਅਰਜ਼ੀ ਯੂਕੇ ਦੀਆਂ ਅਥਾਰਟੀਜ਼ ਦੇ ਕੋਲ ਪੈਂਡਿੰਗ ਪਈ ਹੈ ਤੇ ਹਾਲੇ ਤੱਕ ਇਸ ਅਰਜ਼ੀ ਦੇ ਉੱਤੇ ਕੋਈ ਵਿਚਾਰ ਨਹੀਂ ਕੀਤਾ ਗਿਆ। ਇਹ ਵੀ ਇਨਫੋਰਮੇਸ਼ਨ ਹੁਣ ਨਿਕਲ ਕੇ ਆ ਰਹੀ ਹੈ। ਪਤਨੀ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਯੂਕੇ ਦੀ ਸਿਟੀਜ਼ਨ ਹੈ ਤੇ ਉਸੇ ਦੇ ਆਧਾਰ ਦੇ ਉੱਤੇ ਉਸਨੇ ਯੂਕੇ ਦੀ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕੀਤਾ ਹੋਇਆ ਸੀ। ਇਸੇ ਸਾਲ ਫਰਵਰੀ ਮਹੀਨੇ ਦੇ ਵਿੱਚ ਅਪਲਾਈ ਕਰ ਦਿੱਤਾ ਸੀ। ਤਾਂ ਇਹ ਵੀ ਹੁਣ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਪਾਲ ਯੂਕੇ ਭੱਜਣ ਦੀ ਤਿਆਰੀ ਕਰ ਰਿਹਾ ਸੀ ਤੇ ਅੰਮ੍ਰਿਤਪਾਲ ਦੇ ਵੱਲੋਂ ਯੂਕੇ ਦੀ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਵੀ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਯੂਕੇ ਦੀ ਸਿਟੀਜ਼ਨ ਹੈ ਤੇ ਉਸੇ ਦੇ ਆਧਾਰ ਤੇ ਸਿਟੀਜ਼ਨਸ਼ਿਪ ਮੰਗੀ ਹੈ। ਰਾਜੀਵ ਸ਼ਰਮਾ ਮੇਰੇ ਸਹਿਯੋਗੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਅੰਮ੍ਰਿਤਸਰ ਤੋਂ। ਰਾਜੀਵ, ਤੁਸੀਂ ਵੀ ਕਈ ਵਾਰ ਗੱਲਬਾਤ ਕੀਤੀ ਹੈ ਤੇ ਅੰਮ੍ਰਿਤਪਾਲ ਨੂੰ ਸਵਾਲ ਜਵਾਬ ਕੀਤੇ ਨੇ। ਜਿਸ ਵੇਲੇ ਅੰਮ੍ਰਿਤਪਾਲ ਤੇ ਕਿਰਨਦੀਪ ਕੌਰ ਦਾ ਵਿਆਹ ਹੋਇਆ ਉਸ ਵੇਲੇ ਵੀ ਇਹ ਸਵਾਲ ਜਵਾਬ ਕੀਤੇ ਗਏ ਕਿ ਕੀ ਅੰਮ੍ਰਿਤਪਾਲ ਪੰਜਾਬ ਦੇ ਵਿੱਚ ਹੀ ਰਹੇਗਾ, ਉਸਦੀ ਪਤਨੀ ਯੂਕੇ ਤੋਂ ਹੈ ਤਾਂ ਕੀ ਉਹ ਪੰਜਾਬ ਦੇ ਵਿੱਚ ਰਹੇਗੀ। ਤੇ ਉਸ ਵੇਲੇ ਕਿਹਾ ਗਿਆ ਕਿ ਅਸੀਂ ਇੱਕ ਜਿਹੜਾ ਕਹਿੰਦੇ ਆ ਕਿ ਇਮੀਗ੍ਰੇਸ਼ਨ ਦੀ ਉਲਟੀ ਜਿਹੜੀ ਮੁਹਿੰਮ ਹੈ ਉਹ ਚਲਾ ਰਹੇ ਆ ਕਿ ਸਾਰੇ ਜਿਹੜੇ ਪੰਜਾਬੀ ਬਾਹਰ ਰਹਿ ਰਹੇ ਨੇ ਉਹ ਵਾਪਸ ਆ ਕੇ ਪੰਜਾਬ ਦੇ ਵਿੱਚ ਰਹਿਣ। ਲੇਕਿਨ ਹੁਣ ਇਹ ਜਾਣਕਾਰੀ ਮਿਲ ਰਹੀ ਹੈ ਕਿ ਯੂਕੇ ਦੀ ਨਾਗਰਿਕਤਾ ਅੰਮ੍ਰਿਤਪਾਲ ਨੇ ਮੰਗੀ ਸੀ। ਕੀ ਕੁਝ ਹੋਰ ਜਾਣਕਾਰੀ ਤੁਹਾਡੇ ਕੋਲ? ਜੀ ਬਿਲਕੁਲ ਅਰਸ਼ਦੀਪ, ਜੇਕਰ ਅਸੀਂ ਵਿਆਹ ਵਾਲੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਉਸ ਦਿਨ ਜਿਹੜਾ ਬਿਆਨ ਦਿੱਤਾ ਗਿਆ ਸੀ ਤਾਂ ਇਹ ਲਾਜ਼ਮੀ ਤੌਰ ਤੇ ਸਵਾਲ ਬਣਦਾ ਵੀ ਸੀ, ਕਿਉਂਕਿ ਉਸ ਵਿਆਹ ਨੂੰ ਮੀਡੀਆ ਤੋਂ ਹੋਰ ਲੋਕਾਂ ਤੋਂ ਦੂਰ ਰੱਖਿਆ ਗਿਆ ਔਰ ਉਸ ਨੂੰ ਇੱਕ ਨਿੱਜੀ ਮਸਲਾ ਦੱਸਿਆ ਗਿਆ। ਪਰ ਜਦੋਂ ਇਹ ਗੱਲ ਸਾਹਮਣੇ ਆਈ ਕਿ ਜਿਹੜੀ ਉਹਨਾਂ ਦੀ ਧਰਮ ਪਤਨੀ ਹੈ ਅੰਮ੍ਰਿਤਪਾਲ ਸਿੰਘ ਦੀ, ਤਾਂ ਉਹ ਯੂਕੇ ਦੀ ਸਿਟੀਜ਼ਨ ਹੈ, ਤਾਂ ਇਹ ਪੁੱਛਿਆ ਗਿਆ ਕਿ ਕੀ ਅੰਮ੍ਰਿਤਪਾਲ ਦੀ ਜਿਹੜੀ ਧਰਮ ਪਤਨੀ ਹੈ ਉਹ ਇੰਡੀਆ ਰਹੇਗੀ, ਪਿੰਡ ਦੇ ਵਿੱਚ ਰਹੇਗੀ ਜਾਂ ਫਿਰ ਯੂਕੇ। ਤਾਂ ਉਦੋਂ ਇਹ ਗੱਲ ਕਹੀ ਗਈ ਕਿ ਰਿਵਰਸ ਮਾਈਗ੍ਰੇਸ਼ਨ ਦਾ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਸਾਡੇ ਢੰਗ ਨਾਲ ਜਿਹੜਾ ਵਿਆਹ ਕੀਤਾ ਗਿਆ। ਪਰ ਹੁਣ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਆਪਣੀ ਪਤਨੀ ਦੇ
ਬਿਹਾਫ ਤੇ, ਕਿਉਂਕਿ ਜੇਕਰ ਧਰਮ ਪਤਨੀ ਕਿਸੇ ਦੀ ਯੂਕੇ ਦੀ ਜਾਂ ਕਿਸੇ ਹੋਰ ਮੁਲਕ ਦੀ ਸਿਟੀਜ਼ਨ ਹੋਵੇ ਤਾਂ ਉਸ ਦੇ ਬਿਹਾਫ ਤੇ ਉਸ ਦਾ ਪਤੀ ਜਾਂ ਪਤਨੀ ਅਪਲਾਈ ਕਰ ਸਕਦੇ ਨੇ। ਤਾਂ ਇਸ ਕਰਕੇ ਅੰਮ੍ਰਿਤਪਾਲ ਸਿੰਘ ਵੱਲੋਂ ਵੀ ਯੂਕੇ ਦੀ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕੀਤਾ ਗਿਆ ਸੀ। ਹਾਲਾਂਕਿ ਉਹ ਜਿਹੜੀ ਐਪਲੀਕੇਸ਼ਨ ਹੈ ਉਹਦੇ ਉੱਤੇ ਹਾਲੇ ਕੋਈ ਵੀ ਜਿਸ ਤਰ੍ਹਾਂ ਜੇਕਰ ਪੰਜਾਬੀ ਦੇ ਵਿੱਚ ਅਸੀਂ ਕਹੀਏ ਕਿ ਵਿਚਾਰ ਅਧੀਨ ਹਾਲੇ ਇੱਕ ਪਾਈਪਲਾਈਨ ਦੇ ਵਿੱਚ ਆ, ਉਹਦੇ ਤੇ ਜਦੋਂ ਐਮਬੈਸੀ ਕੋਈ ਕਾਗਜ਼ੀ ਕਾਰਵਾਈ ਜਿਸ ਤਰੀਕੇ ਦੇ ਨਾਲ ਇੱਕ ਪ੍ਰਕਿਰਿਆ ਹੁੰਦੀ ਹੈ ਤਾਂ ਉਹ ਪ੍ਰਕਿਰਿਆ ਦੇ ਵਿੱਚ ਐਪਲੀਕੇਸ਼ਨ, ਪਰ ਉਸ ਵਿਚਾਲੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਇੱਕ ਵੱਡਾ ਆਪਰੇਸ਼ਨ ਚਲਾਇਆ ਜਾਂਦਾ। ਤਾਂ ਇਸ ਵੇਲੇ ਮੈਂ ਅਜਨਾਲਾ ਦੇ ਵਿੱਚ ਹਾਂ ਔਰ ਇਹ ਵੀ ਜ਼ਰੂਰ ਦੱਸਣਾ ਚਾਹੂੰਗਾ ਕਿ ਬਿਲਕੁਲ ਮੇਰੇ ਖੱਬੇ ਹੱਥ ਅਜਨਾਲਾ ਪੁਲਿਸ ਸਟੇਸ਼ਨ ਹੈ ਔਰ ਇਹੀ ਉਹ ਥਾਣੇ ਦਾ ਗੇਟ ਹੈ ਜਿਸ ਨੂੰ ਤੋੜ ਦਿੱਤਾ ਗਿਆ ਔਰ ਤੋੜ ਕੇ ਜ਼ਬਰਦਸਤੀ ਸਾਰੇ ਜਿਹੜੇ ਅੰਮ੍ਰਿਤਪਾਲ ਦੇ ਸਮਰਥਕ ਨੇ ਉਹ ਇਸ ਥਾਣੇ ਦੇ ਅੰਦਰ ਚਲੇ ਜਾਂਦੇ ਨੇ। ਤਾਂ ਇੱਥੋਂ ਹੀ ਇਸ ਪੂਰੇ ਆਪਰੇਸ਼ਨ ਦੀ ਸ਼ੁਰੂਆਤ ਹੁੰਦੀ ਹੈ। ਇਸੇ ਥਾਣੇ ਦੇ ਵਿੱਚ 39 ਨੰਬਰ FIR ਜਿਹੜੀ ਹੈ ਉਹ ਅਗਲੇ ਦਿਨ ਦਰਜ ਕੀਤੀ ਗਈ ਔਰ ਉਸੇ FIR ਦੇ ਦਰਜ ਕਰਨ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਕੀਤੀ ਗਈ ਉਸ ਤੋਂ ਬਾਅਦ ਕਈ ਵੱਡੇ ਖੁਲਾਸੇ ਹੋਏ। ਤਾਂ ਉਸ ਦਿਨ ਇਸੇ ਥਾਂ ਤੇ ਪਾਲਕੀ ਸਾਹਿਬ ਨੂੰ ਜਦੋਂ ਲਿਆਂਦਾ ਗਿਆ ਤਾਂ ਫਿਰ ਇਹ ਗੱਲ ਕਹੀ ਗਈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਇਹ ਲੋਕ ਪਹੁੰਚੇ ਨੇ, ਇਸ ਕਰਕੇ ਪੁਲਿਸ ਵੱਲੋਂ ਉਹਨਾਂ ਦੇ ਖਿਲਾਫ ਕੋਈ ਵੱਡਾ ਐਕਸ਼ਨ ਨਹੀਂ ਲਿਆ ਗਿਆ, ਪਰ ਇਸ਼ਾਰਾ ਜ਼ਰੂਰ DGP ਨੇ ਕੀਤਾ ਸੀ। ਤਾਂ ਹੁਣ ਕਈ ਖੁਲਾਸੇ ਲਗਾਤਾਰ ਹੋ ਰਹੇ ਨੇ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਇੱਕ ਪਾਸੇ ਤਾਂ ਅੰਮ੍ਰਿਤਪਾਲ ਸਿੰਘ ਦਾ ਇਹ ਕਹਿਣਾ ਸੀ ਕਿ ਉਸ ਦੀ ਜਿਹੜੀ ਧਰਮ ਪਤਨੀ ਹੈ ਉਹ ਵੀ ਪਿੰਡ ਦੇ ਵਿੱਚ ਰਹੇਗੀ, ਉਸ ਤੋਂ ਇਲਾਵਾ ਨੌਜਵਾਨਾਂ ਨੂੰ ਅਸੀਂ ਸੁਨੇਹਾ ਦੇ ਰਹੇ ਹਾਂ। ਤਾਂ ਅਜਿਹੇ ਦੇ ਵਿੱਚ ਉਸ ਵੱਲੋਂ ਖੁਦ ਯੂਕੇ ਦੀ ਜਿਹੜੀ ਸਿਟੀਜ਼ਨਸ਼ਿਪ ਹੈ ਉਸ ਦੇ ਲਈ ਅਪਲਾਈ ਕਿਉਂ ਕੀਤਾ ਗਿਆ? ਤੇ ਦੋ ਸਵਾਲ ਨੇ। ਇਹ ਕੋਈ ਗੁਨਾਹ ਨਹੀਂ ਹੈ, ਕੋਈ ਵੀ ਕਰ ਸਕਦਾ। ਜੇਕਰ ਆਮ ਕੋਈ ਨਾਗਰਿਕ ਹੈ ਉਹ ਉਸ ਦੀ ਪਤੀ ਜਾਂ ਫਿਰ ਕਿਸੇ ਮਹਿਲਾ ਦਾ ਜੇਕਰ ਪਤੀ ਉੱਥੋਂ ਦਾ ਸਿਟੀਜ਼ਨ ਹੈ ਤਾਂ ਕਰ ਸਕਦਾ, ਪਰ ਜੇਕਰ ਅਸੀਂ ਇੱਕ ਪਾਸੇ ਸਮਾਜ ਨੂੰ ਸੇਧ ਦੇਣ ਦੀ ਗੱਲ ਕਰਦੇ ਹਾਂ, ਬਹੁਤ ਵੱਡੇ ਵੱਡੇ ਦਾਅਵੇ ਕਰਦੇ ਹਾਂ, ਤਾਂ ਅਜਿਹੇ ਦੇ ਵਿਚਾਲੇ ਅਜਿਹਾ ਖੁਲਾਸਾ ਹੋਣਾ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਜ਼ਰੂਰ ਆਉਂਦਾ, ਕਿਉਂਕਿ ਅੰਮ੍ਰਿਤਪਾਲ ਸਿੰਘ ਆਪਣੇ ਆਪ ਨੂੰ ਆਮ ਸਿੱਖ ਨਹੀਂ ਬਲਕਿ ਇੱਕ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਵੀ ਦੱਸਦਾ ਸੀ ਔਰ ਦੂਸਰੇ ਪਾਸੇ ਇਹ ਦਾਅਵਾ ਕੀਤਾ ਜਾਂਦਾ ਸੀ ਕਿ ਉਹ ਪੰਜਾਬ ਦੇ ਨੌਜਵਾਨਾਂ ਦੀ ਜਿਹੜੀ ਨੁਹਾਰ ਹੈ, ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਬਦਲਣ ਦੀ ਰਾਜੀਵ ਇਸ ਨੂੰ ਲੈ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਕੋਈ ਗੱਲਬਾਤ ਹੋਈ ਹੈ? ਜਿੱਥੋਂ ਤੱਕ ਪਰਿਵਾਰ ਦਾ ਸਵਾਲ ਹੈ ਤਾਂ ਪਰਿਵਾਰ ਜੇਕਰ ਅੰਮ੍ਰਿਤਪਾਲ ਸਿੰਘ ਦੀ ਜੋ ਮਾਤਾ ਬਲਵਿੰਦਰ ਕੌਰ, ਤਾਂ ਉਹਨਾਂ ਦਾ ਜਦੋਂ ਮੈਂ ਇੰਟਰਵਿਊ ਕੀਤਾ ਸੀ ਤਾਂ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਸੀ ਕਿ ਤੁਹਾਡੀ ਜਿਹੜੀ ਨੂੰਹ ਰਾਣੀ ਹੈ ਕਿਰਨਦੀਪ ਕੌਰ ਉਹ ਆਖਿਰਕਾਰ ਪਿੰਡ ਦੇ ਵਿੱਚ ਰਹਿ ਰਹੀ ਹੈ ਤਾਂ ਕੋਈ ਕੰਮ ਵੀ ਕਰ ਰਹੀ ਹੈ? ਤਾਂ ਅੰਮ੍ਰਿਤਪਾਲ ਦੀ ਮਾਤਾ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਕੰਮ ਉਹ ਯੂਕੇ ਦੇ ਵਿੱਚ ਕਰਦੀ ਸੀ ਉਹੀ ਆਪਣੇ ਪਿੰਡ ਵਾਲੇ ਘਰ ਤੋਂ ਵੀ ਕਰ ਰਹੀ ਹੈ। ਉਸ ਤੋਂ ਬਾਅਦ ਇਹ ਖੁਲਾਸਾ ਹੋਇਆ ਸੀ ਕਿ ਉਹ ਇੱਕ ਮੀਡੀਆ ਹਾਊਸ ਦੇ ਨਾਲ ਜੁੜੀ ਹੋਈ ਹੈ ਜੋ ਕਿ ਯੂਕੇ ਬੇਸਡ ਹੈ, ਬਰਮਿੰਗਮ ਤੋਂ ਕੋਈ ਚੈਨਲ ਜਾਂ ਰੇਡੀਓ ਜਿਹੜਾ ਉੱਥੋਂ ਚੱਲਦਾ ਉਸ ਦੇ ਵਿੱਚ ਉਹ ਕੰਮ ਕਰਦੀ ਹੈ। ਤਾਂ ਆਪਣੇ ਪਿੰਡ ਤੋਂ ਵੀ ਉਹ ਲਗਾਤਾਰ ਕੰਮ ਕਰ ਰਹੀ ਸੀ। ਤਾਂ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਖੁਲਾਸਾ ਹੋ ਰਿਹਾ ਕਿ ਜਿਹੜੇ ਅਦਾਰੇ ਦੇ ਨਾਲ ਉਹ ਜੁੜੀ ਹੋਈ ਸੀ ਉਸ ਦੇ ਵਿੱਚ ਵੀ ਭਾਰਤ ਵਿਰੋਧੀ ਗਤੀਵਿਧੀਆਂ ਜਿਹੜੀਆਂ ਨੇ ਉਸ ਨੂੰ ਉਭਾਰ ਕੇ ਪੇਸ਼ ਕੀਤਾ ਜਾਂਦਾ ਰਿਹਾ। ਤਾਂ ਇਸ ਕਰਕੇ ਉਹ ਜਿਹੜਾ ਅਦਾਰਾ ਹੈ ਉਹ ਵੀ ਸ਼ੱਕ ਦੇ ਘੇਰੇ ਦੇ ਵਿੱਚ ਹੈ, ਉਸ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ। ਔਰ ਕੁਝ ਦਿਨ ਪਹਿਲਾਂ ਜਿਹੜੇ ਪੁਲਿਸ ਅਧਿਕਾਰੀ ਪਹੁੰਚੇ ਸੀ, ਇੱਕ ਮਹਿਲਾ ACP ਪਹੁੰਚਦੀ ਹੈ ਅੰਮ੍ਰਿਤਪਾਲ ਸਿੰਘ ਦੇ ਘਰ, ਤਾਂ ਉਸ ਦੇ ਵੱਲੋਂ ਪੁੱਛਗਿੱਛ ਵੀ ਕੀਤੀ ਗਈ। ਹਾਲਾਂਕਿ ਇਹ ਵੀ ਜਾਣਕਾਰੀ ਮਿਲੀ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਪਤਨੀ ਹੈ ਉਹ ਕਾਫੀ ਸਦਮੇ ਦੇ ਵਿੱਚ ਹੈ, ਕਾਫੀ ਭਾਵੁਕ ਸੀ ਉਸ ਵੇਲੇ ਜਦੋਂ ਪਰਿਵਾਰ ਦੇ ਕੋਲ ਇਹ ਸਾਰੇ ਅਧਿਕਾਰੀ ਪਹੁੰਚਦੇ ਨੇ। ਪਰ ਜਦੋਂ ਅਜਿਹੇ ਹਾਲਾਤ ਬਣਦੇ ਨੇ, ਜਦੋਂ ਅਜਿਹੇ ਖੁਲਾਸੇ ਹੁੰਦੇ ਨੇ, ਅਜਿਹੇ ਇਲਜ਼ਾਮ ਲੱਗਦੇ ਨੇ ਤਾਂ ਪਰਿਵਾਰ ਦੇ ਉੱਤੇ ਜ਼ਰੂਰ ਇੱਕ ਔਖਾ ਸਮਾਂ ਹੁੰਦਾ। ਪਰ ਜਦੋਂ ਪੁਲਿਸ ਕੰਮ ਕਰਦੀ ਹੈ, ਕਾਨੂੰਨ ਕੰਮ ਕਰਦਾ, ਤਾਂ ਉਹ ਕਾਗਜ਼ਾਂ ਤੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਕਰਦਾ। ਇਸ ਕਰਕੇ ਅਸੀਂ ਉਸ ਤੇ ਕੋਈ ਟਿੱਪਣੀ ਜਾਂ ਉਸ ਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਬਾਕੀ ਦੂਸਰੇ ਪਾਸੇ ਇੱਕ ਕਾਨੂੰਨ ਦੇ ਵਿੱਚ ਇਹ ਵੀ ਤੁਹਾਡੇ ਕੋਲ ਤਾਕਤ ਹੁੰਦੀ ਹੈ ਕਿ ਤੁਸੀਂ ਆਪਣੀ ਕਾਨੂੰਨੀ ਲੜਾਈ ਖੁਦ ਲੜ ਸਕਦੇ ਹੋ, ਤੁਹਾਡੇ ਵਕੀਲ ਲੜ ਸਕਦੇ ਨੇ। ਤਾਂ ਇਸ ਕਰਕੇ ਹੁਣ ਜਿਹੜਾ ਮਾਮਲਾ ਕਾਨੂੰਨ ਦੇ ਕੋਲ ਪਹੁੰਚ ਚੁੱਕਿਆ ਉਸ ਦੇ ਵਿੱਚ ਕੋਈ ਵੀ ਵਿਅਕਤੀ ਵਿਸ਼ੇਸ਼ ਕਿੰਤੂ ਪਰੰਤੂ ਕਰਨ ਦੇ ਯੋਗ ਨਹੀਂ ਹੈ। ਪਰ ਲਗਾਤਾਰ ਖੁਲਾਸੇ ਜਿਹੜੇ ਹੋ ਰਹੇ ਨੇ ਉਹ ਅਸੀਂ ਕਹਿ ਸਕਦੇ ਹਾਂ ਕਿ ਜਿੱਥੇ ਪਹਿਲਾਂ ਇਹ ਲੱਗ ਰਿਹਾ ਸੀ ਕਿ ਥਾਣੇ ਦੇ ਵਿੱਚ ਆ ਕੇ ਕਬਜ਼ਾ ਕਰ ਲਿਆ ਗਿਆ, ਪੁਲਿਸ ਨਿਹੱਥੀ ਸਾਬਤ ਹੋਈ, ਪੁਲਿਸ ਵੱਲੋਂ ਕੁਝ ਕੀਤਾ ਨਹੀਂ ਗਿਆ, ਬਹੁਤ ਕੁਝ ਹੋਇਆ, ਸੋਸ਼ਲ ਮੀਡੀਆ ਤੇ ਬਹੁਤ ਕਿਰਕਰੀ ਪੁਲਿਸ ਨੂੰ ਝੱਲਣੀ ਪਈ। ਪਰ ਪੁਲਿਸ ਦਾ ਵੀ ਇੱਕ ਅਸੀਂ ਕਹਿ ਸਕਦੇ ਕਿ ਦਾਇਰਾ ਹੁੰਦਾ, ਉਹਨਾਂ ਨੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਦਾ ਹੁੰਦਾ। ਤਾਂ ਸਰਕਾਰ ਵੱਲੋਂ ਉਦੋਂ ਹੀ ਆਦੇਸ਼ ਦਿੱਤੇ ਗਏ ਸੀ ਕਿ ਜੇਕਰ ਕੋਈ ਗਲਤ ਕੰਮ ਹੋਇਆ ਤਾਂ ਗਲਤ ਕੰਮ ਕਰਨ ਵਾਲਾ ਭਾਵੇਂ ਕੋਈ ਵੀ ਹੈ, ਚਾਹੇ ਉਹ ਆਮ ਨਾਗਰਿਕ ਹੈ, ਚਾਹੇ ਕੋਈ ਕਿਸੇ ਵੱਡੇ ਅਹੁਦੇ ਤੇ ਤੈਨਾਤ ਹੈ, ਚਾਹੇ ਉਹ ਕਿਸੇ ਜਥੇਬੰਦੀ ਦਾ ਮੁਖੀ ਹੈ, ਤਾਂ ਉਸ ਨੂੰ ਬਖਸ਼ਿਆ ਨਹੀਂ ਜਾਏਗਾ। ਤਾਂ ਅਜਿਹੇ ਆਪਰੇਸ਼ਨ ਦੇ ਨਾਲ
ਕਿਤੇ ਨਾ ਕਿਤੇ ਸਰਕਾਰ ਨੇ ਇਹ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਾਨੂੰਨ ਨੂੰ ਜੇਕਰ ਕੋਈ ਵੀ ਹੱਥ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਏਗਾ। ਹਾਲਾਂਕਿ ਇੱਕ ਵਾਰ ਫਿਰ ਮੈਂ ਤਸਵੀਰ ਦਿਖਾ ਦਿਆਂ ਕਿ ਉਸ ਦਿਨ ਤਸਵੀਰ ਬਿਲਕੁਲ ਵੱਖਰੀ ਸੀ, ਪੁਲਿਸ ਫੋਰਸ ਪੂਰੀ ਸੜਕ ਤੇ ਤੈਨਾਤ ਸੀ, ਪਰ ਜਦੋਂ ਪਾਲਕੀ ਸਾਹਿਬ ਸਭ ਤੋਂ ਅੱਗੇ ਅਗਵਾਈ ਕਰਦਿਆਂ ਹੋਇਆਂ ਇੱਥੇ ਪਹੁੰਚਦੀ ਆ ਉਹ ਗੱਡੀ ਪਾਲਕੀ ਸਾਹਿਬ ਵਾਲੀ, ਤਾਂ ਫਿਰ ਕਿਤੇ ਨਾ ਕਿਤੇ ਪੁਲਿਸ ਵਾਲੇ ਬੇਬਸ ਨਜ਼ਰ ਆਉਂਦੇ ਨੇ। ਹਾਲਾਂਕਿ ਉਸ ਵੇਲੇ ਉਹਨਾਂ ਨੂੰ ਜਿੱਥੇ ਸੱਟਾਂ ਲੱਗੀਆਂ ਉਸ ਦੇ ਨਾਲ ਕਈ ਤਰ੍ਹਾਂ ਦੇ ਅਸੀਂ ਕਹਿ ਸਕਦੇ ਕਿ ਨਮੋਸ਼ੀ ਦਾ ਵੀ ਸਾਹਮਣਾ ਪਿਆ। ਸੋਸ਼ਲ ਮੀਡੀਆ ਤੇ ਪੁਲਿਸ ਅਧਿਕਾਰੀਆਂ ਨੂੰ ਟ੍ਰੋਲ ਕੀਤਾ ਗਿਆ, ਪਰ ਕਾਰਵਾਈ ਉਦੋਂ ਹੀ ਸ਼ੁਰੂ ਕਰ ਦਿੱਤੀ ਗਈ ਸੀ। ਤਾਂ ਪੁਲਿਸ ਨੇ ਇਸ ਕਾਰਵਾਈ ਨੂੰ ਵੀ ਅਸੀਂ ਕਹਿ ਸਕਦੇ ਕਿ ਬਹੁਤਾ ਉਜਾਗਰ ਇਸੇ ਕਰਕੇ ਨਹੀਂ ਹੋਣ ਦਿੱਤਾ ਕਿਉਂਕਿ ਪੁਲਿਸ ਦੇ ਜਿਹੜੇ ਜਾਂਚ ਦੇ ਪਹਿਲੂ ਸੀ ਕਿਤੇ ਨਾ ਕਿਤੇ ਉਸ ਜਾਂਚ ਨੂੰ ਕੋਈ ਪ੍ਰਭਾਵਿਤ ਨਾ ਕਰ ਸਕੇ ਔਰ ਕਿਸੇ ਨੂੰ ਵੀ ਕੰਨੋ ਕੰਨ ਖਬਰ ਨਹੀਂ ਹੋਣ ਦਿੱਤੀ ਗਈ ਕਿ ਆਖਿਰਕਾਰ ਪੰਜਾਬ ਦੇ ਵਿੱਚ ਇੰਨਾ ਵੱਡਾ ਆਪਰੇਸ਼ਨ ਜਿਹੜਾ ਉਹ ਚਲਾਇਆ ਜਾਏਗਾ। ਹਾਲਾਂਕਿ ਇਸ ਆਪਰੇਸ਼ਨ ਨੂੰ ਲੈ ਕੇ ਵੀ ਲੋਕ ਸਵਾਲ ਖੜੇ ਕਰ ਰਹੇ ਨੇ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਲਾਜ਼ਮੀ ਤੌਰ ਤੇ ਸਰਕਾਰ ਜਾਂ ਫਿਰ ਪੰਜਾਬ ਦੇ ਡੀਜੀਪੀ ਇਸ ਪੂਰੇ ਆਪਰੇਸ਼ਨ ਬਾਰੇ ਖੁਲਾਸੇ ਕਰਨਗੇ ਕਿਉਂਕਿ ਹਾਲੇ ਤੱਕ ਜਿਹੜਾ ਉਸ FIR ਜਿਹੜੀਆਂ 3 FIR ਦਰਜ ਕੀਤੀਆਂ ਗਈਆਂ ਨੇ ਉਸ ਦੇ ਵਿੱਚ ਜੋ ਮੇਨ ਅਕਿਊਜ਼ਡ ਹੈ ਅੰਮ੍ਰਿਤਪਾਲ ਸਿੰਘ, ਹਾਲੇ ਪੁਲਿਸ ਉਸ ਮੇਨ ਅਕਿਊਜ਼ ਤੱਕ ਨਹੀਂ ਪਹੁੰਚੀ। ਤਾਂ ਜਦੋਂ ਉਸ ਦੀ ਗ੍ਰਿਫਤਾਰੀ ਹੋਏਗੀ ਉਸ ਤੋਂ ਬਾਅਦ ਕਈ ਹੋਰ ਖੁਲਾਸੇ ਹੋ ਸਕਦੇ ਨੇ ਕਿਉਂਕਿ ਹਰ ਰੋਜ਼ ਨਵੀਂ ਜਿਹੜੀ CCTV ਫੁਟੇਜ ਸਾਹਮਣੇ ਆ ਰਹੀ ਹੈ। ਇੱਕ ਸਸਪੈਂਸ ਜੋ ਹੈ ਉਹ ਲਗਾਤਾਰ ਬਰਕਰਾਰ ਹੈ। ਵੱਖ-ਵੱਖ ਅਸੀਂ ਜੇਕਰ ਕਹੀਏ ਕਿ ਜਿਹੜੀਆਂ ਸੱਥਾਂ ਨੇ, ਵੱਖ-ਵੱਖ ਚਰਚਾਵਾਂ ਨੇ, ਦੰਦ ਕਥਾਵਾਂ ਬਹੁਤ ਸਾਰੀਆਂ ਨੇ, ਪਰ ਇੱਕ ਪਾਸੇ DGP ਵੱਲੋਂ ਪ੍ਰਸ਼ਾਸਨ ਵੱਲੋਂ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਇਹਨਾਂ ਚਰਚਾਵਾਂ ਦੇ ਵਿਚਾਲੇ ਜੇਕਰ ਤੁਸੀਂ ਕੋਈ ਗਲਤ ਜਾਣਕਾਰੀ ਕਿਤੇ ਸ਼ੇਅਰ ਕਰਦੇ ਹੋ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਉਸ ਨੂੰ ਅਪਲੋਡ ਕਰਦੇ ਹੋ ਤਾਂ ਤੁਹਾਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਜਿਹੜੇ IG ਹੈੱਡਕੁਆਟਰ ਨੇ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ ਗੱਲ ਦੱਸੀ ਸੀ ਕਿ 200 ਤੋਂ ਵੱਧ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ, ਪਰ 177 ਦੇ ਕਰੀਬ ਐਸੇ ਨੌਜਵਾਨ ਜਿਨ੍ਹਾਂ ਦੀ ਸਿੱਧੀ ਕੋਈ ਐਸੀ ਸ਼ਮੂਲੀਅਤ ਨਹੀਂ ਪਾਈ ਗਈ ਕਿਉਂਕਿ ਨੌਜਵਾਨ ਬਹੁਤ ਜਲਦ ਭਾਵਕ ਹੋ ਜਾਂਦੇ ਨੇ, ਬਹੁਤ ਜਲਦ ਉਤੇਜਿਤ ਹੋ ਜਾਂਦੇ ਨੇ ਜਦੋਂ ਅਜਿਹੀ ਕੋਈ ਗੱਲ ਸਾਹਮਣੇ ਆਉਂਦੀ ਹੈ, ਖਾਸ ਤੌਰ ਤੇ ਜਦੋਂ ਕਿਸੇ ਮਸਲਾ ਕਿਸੇ ਧਰਮ ਨਾਲ ਜਾਂ ਵਰਗ ਵਿਸ਼ੇਸ਼ ਨਾਲ ਜੁੜਿਆ ਹੋਏ। ਪਰ ਇੱਥੇ ਸਭ ਤੋਂ ਵੱਡੀ ਗੱਲ ਹੈ ਕਿ ਸੰਜਮ ਨਾਲ ਕੰਮ ਲੈਣ ਦੀ ਲੋੜ ਹੈ, ਦਿਮਾਗ ਵਰਤਣ ਦੀ ਲੋੜ ਹੈ ਔਰ ਸਭ ਤੋਂ ਵੱਡੀ ਗੱਲ ਕਿ ਹੌਸਲਾ ਰੱਖਣ ਦੀ ਲੋੜ ਹੈ। ਜੇਕਰ ਕਾਨੂੰਨ ਕੁਝ ਗਲਤ ਕਰ ਰਿਹਾ ਤਾਂ ਉਹ ਵੀ ਸਮਾਂ ਆਉਣ ਤੇ ਸਾਰਿਆਂ ਦੇ ਸਾਹਮਣੇ ਹੋਏਗਾ ਔਰ ਜੇਕਰ ਕਾਨੂੰਨ ਜਿਸ ਸ਼ਖਸ ਨੂੰ ਗਲਤ ਦੱਸ ਰਿਹਾ ਤਾਂ ਉਸ ਬਾਰੇ ਵੀ ਖੁਲਾਸੇ ਜਲਦ ਹੋਣਗੇ। ਇਸ ਕਰਕੇ ਹੜਬੜਾਹਟ ਦੇ ਵਿੱਚ ਬਹਿਕਾਵੇ ਦੇ ਵਿੱਚ ਆ ਕੇ ਕੋਈ ਵੀ ਐਸਾ ਕਦਮ ਕੋਈ ਨੌਜਵਾਨ ਨਾ ਚੱਕੇ। ਲਗਾਤਾਰ ਅਪੀਲ ਕੀਤੀ ਜਾ ਰਹੀ, ਹਰ ਰੋਜ਼ ਜੋ ਅਫੀਸ਼ੀਅਲ ਪੇਜ ਹੈ ਪੰਜਾਬ ਪੁਲਿਸ ਦਾ ਉੱਤੇ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਿ ਜੇਕਰ ਕੋਈ ਗਲਤ ਜਾਣਕਾਰੀ ਚਾਹੇ ਉਹ ਕੋਈ ਪੱਤਰਕਾਰ ਹੈ ਜਾਂ ਕਿਸੇ ਹੋਰ ਵਰਗ ਦੇ ਨਾਲ ਕਿਸੇ ਹੋਰ ਕਿੱਤੇ ਦੇ ਨਾਲ ਜੁੜਿਆ ਤਾਂ ਸਾਰਿਆਂ ਨੂੰ ਇਹ ਅਪੀਲ ਵੀ ਕੀਤੀ ਜਾ ਰਹੀ ਹੈ। ਪਰ ਕੁਝ ਲੋਕ ਸ਼ਾਇਦ ਭਾਵਕ ਹੋ ਕੇ ਬਹਿਕਾਵੇ ਦੇ ਵਿੱਚ ਆ ਕੇ ਇਹਨਾਂ ਚੀਜ਼ਾਂ ਤੇ ਬਹੁਤਾ ਗੌਰ ਨਹੀਂ ਕਰਦੇ, ਪਰ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਤੁਹਾਡੀ ਇੱਕ ਗਲਤ ਜਾਣਕਾਰੀ ਜਿਹੜੀ ਹੈ ਉਹ ਸਮਾਜ ਤੇ ਬਹੁਤ ਬੁਰਾ ਅਸਰ ਪਾ ਸਕਦੀ ਹੈ। ਤਾਂ ਇਹ ਵੀ ਨਾਲ ਦੀ ਨਾਲ ਅਪੀਲ ਕੀਤੀ ਜਾ ਰਹੀ ਹੈ ਔਰ ਇਹ ਅਸੀਂ ਵੀ ਅਪੀਲ ਕਰਦੇ ਹਾਂ ਕਿ ਇਹ ਤੁਹਾਨੂੰ ਕਿਸੇ ਮੁਸ਼ਕਲ ਦੇ ਵਿੱਚ ਇਹ ਚੀਜ਼ਾਂ ਨਾ ਪਾਉਣ। ਇਸ ਕਰਕੇ ਹਰ ਚੀਜ਼ ਦੀ ਪੁਸ਼ਟੀ ਕੀਤੀ ਜਾਵੇ, ਜਿਹੜੇ ਤੱਥ ਨੇ ਉਹਨਾਂ ਦੀ ਘੋਖ ਕੀਤੀ ਜਾਵੇ, ਉਸ ਤੋਂ ਬਾਅਦ ਹੀ ਹਰ ਜਾਣਕਾਰੀ ਜਿਹੜੀ ਆ ਅੱਗੇ ਪਹੁੰਚਾਈ ਜਾਵੇ। ਤਾਂ ਖੁਲਾਸੇ ਜਿਹੜੇ ਨੇ ਉਹ ਲਗਾਤਾਰ ਪੁਲਿਸ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾਂਦੀ ਹੈ ਲਗਭਗ ਹਰ ਦਿਨ, ਤਾਂ ਉਹਨਾਂ ਵੱਲੋਂ ਵੀ ਇਹੀ ਗੱਲ ਕਹੀ ਗਈ ਹੈ ਕਿ ਕੋਈ ਵੀ ਜਾਣਕਾਰੀ ਜੇਕਰ ਕੋਈ ਮੀਡੀਆ ਕਰਮੀ ਵੀ ਹੈ ਉਸ ਨੂੰ ਸਾਂਝੀ ਕਰਨਾ ਤਾਂ ਇੱਕ ਵਾਰ ਉਸ ਦੀ ਤਸਦੀਕ ਜ਼ਰੂਰ ਕੀਤੀ ਜਾਵੇ। ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਕਿਸੇ ਦੀ ਨਜ਼ਰ ਇਸੇ ਚੀਜ਼ ਤੇ ਬਣੀ ਹੋਈ ਹੈ ਕਿ ਆਖਿਰਕਾਰ ਅੰਮ੍ਰਿਤਪਾਲ ਸਿੰਘ ਜਿਸ ਦੀਆਂ ਹਰ ਰੋਜ਼ CCTV ਫੁਟੇਜ ਸਾਹਮਣੇ ਆ ਰਹੀਆਂ ਨੇ ਵੱਖ-ਵੱਖ ਰੂਪ ਦੇ ਵਿੱਚ, ਹੁਣ ਤੱਕ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਸਿੰਘ ਨਜ਼ਰ ਆ ਚੁੱਕੇ ਨੇ ਔਰ ਉਹਨਾਂ ਦੋਵਾਂ ਦੇ ਪਰਿਵਾਰਾਂ ਨੂੰ ਲੈ ਕੇ ਵੀ ਕੱਲ ਕੁਝ ਗਲਤ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਸੀ ਕਿ ਪਪਲਪ੍ਰੀਤ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ, ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਉਹ ਵੀ ਜਾਣਕਾਰੀ ਗਲਤ ਸੀ। ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਭਰਾ ਤੋਂ ਇਲਾਵਾ ਉਹਦੇ ਜਿਹੜੇ ਪਿਤਾ ਨੇ ਹੋਰ ਜਿਹੜੀਆਂ ਮਹਿਲਾਵਾਂ ਨੇ ਉਹ ਅੱਜ ਵੀ ਆਪਣੇ ਘਰ ਦੇ ਵਿੱਚ ਪਹਿਲਾਂ ਦੇ ਵਾਂਗ ਹੀ ਰਹਿ ਰਹੀਆਂ ਨੇ, ਉਹਨਾਂ ਨੂੰ ਕਿਸੇ ਤਰ੍ਹਾਂ ਦੇ ਨਾਲ ਤੰਗ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ। ਹਾਲਾਂਕਿ ਪੁਲਿਸ ਵੱਲੋਂ ਘਰਾਂ ਦੇ ਵਿੱਚ ਜਾ ਕੇ ਤਲਾਸ਼ੀ ਜ਼ਰੂਰ ਲਈ ਗਈ ਸੀ। ਤਾਂ ਹੁਣ ਹਰ ਕਿਸੇ ਨੂੰ ਇੰਤਜ਼ਾਰ ਹੈ ਕਿ ਅੰਮ੍ਰਿਤਪਾਲ ਨੂੰ ਲੈ ਕੇ ਕੋਈ ਵੱਡੀ ਖਬਰ ਆਵੇ ਕਿ ਅੰਮ੍ਰਿਤਪਾਲ ਆਖਿਰਕਾਰ ਹੈ ਕਿੱਥੇ। ਜੀ ਅਰਸ਼ਦੀਪ। ਜੀ ਸ਼ੁਕਰੀਆ ਰਾਜੀ, ਫਿਲਹਾਲ ਪੂਰੀ ਜਾਣਕਾਰੀ ਦੇ ਲਈ। ਗੱਲਬਾਤ ਹੋ ਸਕੇ ਅੰਮ੍ਰਿਤਪਾਲ ਦੇ ਪਰਿਵਾਰ ਦੇ ਨਾਲ ਇਸ ਸਭ ਨੂੰ ਲੈ ਕੇ ਵੀ, UK ਦੀ ਸਿਟੀਜ਼ਨਸ਼ਿਪ ਨੂੰ ਲੈ ਕੇ ਵੀ, ਤਾਂ ਉਹ ਵੀ ਉਹਨਾਂ ਦਾ ਵੀ ਬਿਆਨ ਸੁਣਨਾ ਚਾਹਾਂਗੇ। ਫਿਲਹਾਲ ਇਹ ਜ਼ਰੂਰ ਇਨਫੋਰਮੇਸ਼ਨ ਸਾਹਮਣੇ ਆ ਰਹੀ ਹੈ
ਕਿ ਯੂਕੇ ਦੀ ਸਿਟੀਜ਼ਨਸ਼ਿਪ ਦੇ ਲਈ ਫਰਵਰੀ ਦੇ ਵਿੱਚ ਹੀ ਅੰਮ੍ਰਿਤਪਾਲ ਨੇ ਅਪਲਾਈ ਕਰ ਦਿੱਤਾ ਸੀ। ਪਤਨੀ ਯੂਕੇ ਦੀ ਸਿਟੀਜ਼ਨ ਹੈ। ਪਤਨੀ ਦੇ ਆਧਾਰ ਤੇ ਯੂਕੇ ਦੀ ਨਾਗਰਿਕਤਾ ਮੰਗੀ ਗਈ ਸੀ। उधर रणजीत सिंह ढड्डरियां वाले ने ਅੰਮ੍ਰਿਤਪਾਲ ਤੇ ਫਿਰ ਤੋਂ ਸਵਾਲ ਚੁੱਕੇ ਨੇ। ਕਿਹਾ ਹੈ ਕਿ ਸਿਰ ਦੇਣ ਦੀ ਗੱਲ ਕਰਨ ਵਾਲਾ ਹੁਣ ਭੱਜ ਕਿਉਂ ਰਿਹਾ ਹੈ। ਮੁਸ਼ਕਿਲ ਸਮੇਂ ਦੇ ਵਿੱਚ ਆਪਣੇ ਸਾਥੀਆਂ ਨੂੰ ਛੱਡ ਕੇ ਅੰਮ੍ਰਿਤਪਾਲ ਦੌੜ ਗਿਆ ਹੈ ਤੇ ਜਿਨ੍ਹਾਂ ਨੇ ਉਸ ਦਾ ਸਾਥ ਦਿੱਤਾ ਉਹਨਾਂ ਤੇ ਪੁਲਿਸ ਕਾਰਵਾਈ ਕਰ ਰਹੀ ਹੈ। ਹੁਣ ਉਹ ਭੱਜ ਕਿਉਂ ਰਿਹਾ ਹੈ, ਇਹ ਸਵਾਲ ਕੀਤਾ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ। ਕਿਹਾ ਹੈ ਕਿ ਮੁਸ਼ਕਿਲ ਸਮੇਂ ਦੇ ਵਿੱਚ ਜਿਹੜੇ ਸਾਥੀ ਉਸ ਦੇ ਨਾਲ ਖੜੇ ਸੀ ਉਹਨਾਂ ਨੂੰ ਛੱਡ ਕੇ ਉਹ ਭੱਜ ਗਿਆ ਤੇ ਉਹਨਾਂ ਤੇ ਪੁਲਿਸ ਕਾਰਵਾਈ ਹੋ ਰਹੀ ਹੈ। ਜਿਨ੍ਹਾਂ ਦੇ ਪੁੱਤ ਜੇਲ੍ਹਾਂ 'ਚ ਬੰਦ ਨੇ ਉਹ ਪਰਿਵਾਰ ਰੋ ਰਹੇ ਨੇ। ਜਿਨ੍ਹਾਂ ਦੇ ਪੁੱਤ ਘਰ ਨਹੀਂ ਆਏ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਦੇ ਘਰ ਮੱਸਿਆ ਲੱਗਦੀ ਹੈ। ਅੰਮ੍ਰਿਤਪਾਲ ਨੂੰ ਸਾਹਮਣੇ ਆਉਣ ਦੀ ਵੀ ਨਸੀਹਤ ਦਿੱਤੀ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ। ਕਿਹਾ ਹੈ ਕਿ ਪ੍ਰਧਾਨ ਮੰਤਰੀ ਬਾਜੇਕੇ ਨੂੰ ਫੂਕ ਚੁਕਾ ਕੇ ਉਸ ਨੂੰ ਆਸਾਨ ਦੀ ਜੇਲ੍ਹ ਭੇਜ ਦਿੱਤਾ। ਰਿਹਾਈ ਕਰਵਾਉਣ ਦੀ ਥਾਂ ਹੋਰ ਬੰਦੀ ਸਿੱਖ ਬਣਾ ਦਿੱਤੇ। ਕਿਹਾ ਕਿ ਇਹ ਹਥਿਆਰ ਨਹੀਂ, ਵਿਚਾਰ ਕਰਨ ਦਾ ਯੋਗ ਹੈ। ਇੱਕ ਵਾਰ ਫਿਰ ਤੋਂ ਅੰਮ੍ਰਿਤਪਾਲ ਤੇ ਸਵਾਲ ਚੁੱਕੇ ਨੇ ਢੱਡਰੀਆਂ ਵਾਲੇ ਨੇ ਤੇ ਨਾਲ ਹੀ ਉਸ ਨੂੰ ਆਤਮ ਸਮਰਪਣ ਕਰਨ ਦੀ ਨਸੀਹਤ ਵੀ ਦਿੱਤੀ ਹੈ। ਗੱਲ ਸਾਰੀ ਦੁਨੀਆ ਦੇ ਵਿੱਚ ਸਿੱਖਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਇਹ ਸਟੇਟਮੈਂਟਾਂ ਦਿੰਦੇ ਨੇ ਵੱਡੀਆਂ ਵੱਡੀਆਂ, ਮੁੜ ਕੇ ਫਿਰ ਭੱਜਦੇ ਨੇ। ਰੱਜ ਕੇ ਭੰਡਣ ਵਾਲੇ ਲੋਕ ਭੰਡਦੇ ਨੇ। ਉਹ ਮੌਕਾ ਚਾਹੁੰਦੇ ਹੁੰਦੇ ਆ ਕਿ ਸਾਨੂੰ ਮੌਕਾ ਮਿਲੇ ਤੇ ਅਸੀਂ ਗੱਲ ਕਰੀਏ। ਅੱਜ ਕਾਨੂੰਨੀ ਸਕੰਜੇ ਕੱਸੇ ਜਾ ਰਹੇ ਨੇ। ਐਦਾਂ ਉਹ ਮੌਕਾ ਚਾਹੁੰਦੇ ਆ ਕਿ ਕੱਸਿਆ ਜਾਵੇ ਸਕੰਜਾ। ਪੰਜਾਬ ਦੀ ਜਵਾਨੀ ਜਵਾਨ ਹੋਈ ਹੈ। ਉਹ ਪੜ੍ਹੇ ਲਿਖੇ ਸਮਝੇ, ਕਾਰੋਬਾਰ ਕਰੇ, ਕੰਮ ਕਰੇ, ਨੌਕਰੀਆਂ ਕਰੇ, ਬਾਹਰਲੇ ਵਿਦੇਸ਼ਾਂ ਵਿੱਚ ਜਾਣ, ਮਿਹਨਤ ਕਰਨ, ਬਹਾਦਰ ਬਣ। ਪਰ ਜਦੋਂ ਵੀ ਕੋਈ ਆ ਕੇ ਗਰਮ ਗਰਮ ਗੱਲਾਂ ਕਰਨਾ ਹੈ, ਕਿਉਂਕਿ ਜਵਾਨੀ ਹਮੇਸ਼ਾ ਜੋਸ਼ ਤੋਂ ਕੰਮ ਲੈਂਦੀ ਹੈ, ਹੋਸ਼ ਤੋਂ ਨਹੀਂ ਕੰਮ ਲੈਂਦੀ, ਤੇ ਇਹ ਫਟਾਫਟ ਇੱਧਰ ਨੂੰ ਤੁਰ ਪੈਂਦੇ ਆ। ਪਰ ਚਲੋ ਤੁਰੇ ਸੀ। ਅੰਮ੍ਰਿਤਪਾਲ ਸਿੰਘ ਦਾ ਲੋਕਾਂ ਨੇ ਸਾਥ ਦਿੱਤਾ, ਉਹਦੇ ਨਾਲ ਖੜੇ। ਪਰ ਕੀ ਅੱਜ ਅੰਮ੍ਰਿਤਪਾਲ ਸਿੰਘ ਨੂੰ ਨਾਲ ਨਹੀਂ ਖੜਨਾ ਚਾਹੀਦਾ ਸੀ? ਇਹਨਾਂ ਦੇ ਅੰਮ੍ਰਿਤਪਾਲ ਸਿੰਘ ਨੂੰ ਸਟੈਂਡ ਨਹੀਂ ਲੈਣਾ ਚਾਹੀਦਾ ਸੀ ਕਿ ਜੇ ਲੋਕ ਮੇਰੇ ਨਾਲ ਖੜੇ ਨੇ, ਮੈਂ ਕਿਹਾ ਕਿ ਮੈਂ ਕਿਧਰੇ ਭੱਜਾਂਗਾ ਨਹੀਂ, ਮੈਨੂੰ ਜੇਲ੍ਹਾਂ ਦਾ ਡਰ ਨਹੀਂ। ਅੰਮ੍ਰਿਤ ਸੰਚਾਰੀ ਕਰਾਉਣਾ, ਜੇਲ੍ਹ 'ਚ ਜਾ ਕੇ ਕਰਾ ਲਾਂਗੇ। ਮਰਨ ਦਾ ਡਰ ਨਹੀਂ, ਮੌਤ ਦਾ ਸਾਨੂੰ ਡਰ ਨਹੀਂ। ਤੇ ਫਿਰ ਕੀ ਹੋ ਗਿਆ? ਜਦੋਂ ਉਹ ਆਏ ਸੀ ਫੜਨ ਵਾਸਤੇ, ਭਾਈ ਅੰਮ੍ਰਿਤਪਾਲ ਸਿੰਘ ਦਾ ਕੈਮਰਾ ਪਿੱਛੇ ਨੌਜਵਾਨ ਦਾ ਚੱਲ ਰਿਹਾ ਸੀ। ਕਹਿੰਦੇ ਰੋਕੋ ਗੱਡੀ, ਲਾਈਵ ਚੱਲ ਰਹੇ ਸੀ ਤੇ ਕਹਿੰਦੇ ਹਾਂ ਆਓ ਬਈ ਦੱਸੋ, ਮੇਰੇ ਨਾਲ ਕਰੋ ਗੱਲ ਜਿਹੜੀ ਕਰਨੀ ਹੈ। ਜੇ ਕੋਈ ਪ੍ਰੋਬਲਮ ਮੇਰੇ ਨਾਲ ਹੈ, ਮੇਰੇ ਨਾਲ ਗੱਲ ਕਰਿਓ। ਆ ਮੇਰੇ ਜਿੰਨੇ 2-4 ਗੱਡੀਆਂ 'ਚ ਸਾਥੀ ਨੇ, ਕਿਸੇ ਨੂੰ ਹੱਥ ਨਹੀਂ ਲੱਗਣਾ ਚਾਹੀਦਾ। ਮੇਰੇ ਨਾਲ ਕਰੋ ਜਿਹੜੀ ਗੱਲ ਕਰਨੀ ਹੈ। ਮੇਰੇ ਸਪੋਰਟਰ ਬਹੁਤ ਹੋਣਗੇ ਪਿੱਛੇ, 200 400 4000। ਕਿਸੇ ਨਾਲ ਗੱਲ ਨਾ ਕਰਿਓ, ਜਿਹੜੀ ਗੱਲ ਕਰਨੀ ਹੈ ਮੇਰੇ ਨਾਲ ਕਰਿਓ। ਸਾਰੇ ਬੰਦੇ ਆਲੇ ਦੁਆਲੇ ਵਾਲੇ ਗ੍ਰਿਫਤਾਰ ਹੋ ਰਹੇ ਨੇ। ਅੰਮ੍ਰਿਤਪਾਲ ਸਿੰਘ ਹੋਣੀ ਨਿਕਲਦੇ ਆ ਛੋਟੀ ਗੱਡੀ ਤੇ, ਉਹ ਬੰਦੇ ਵੀ ਗ੍ਰਿਫਤਾਰ ਕਰ ਲਏ। ਜਿਸ ਘਰ ਦੇ ਵਿੱਚ ਕੱਪੜੇ ਬਦਲੇ ਗਏ, ਉਹ ਬੰਦੇ ਵੀ ਗ੍ਰਿਫਤਾਰ ਕੀਤੇ। ਉਹ ਲੁਕਦੇ ਫਿਰਦੇ ਆ। ਗ੍ਰੰਥੀ ਦੀ ਘਰ ਵਾਲੀ, ਮੀਡੀਆ ਜਾਂਦਾ, ਉਹ ਲੁਕਦੀ ਫਿਰਦੀ ਹੈ। ਹੁਣ ਉਹ ਔਰਤ ਫੜੀ ਗਈ ਜਿੱਥੇ ਰਾਤ ਕੱਟੀ। ਰਿਕਸ਼ੇ ਵਾਲਾ ਫੜਿਆ ਗਿਆ, ਗ੍ਰੰਥੀ ਨੂੰ ਚੱਕਰ ਪੈ ਗਿਆ। ਨਾਲ ਦੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਦੇ ਕਿੰਨੇ ਸਾਥੀ ਫੜੇ ਗਏ। ਕਿੰਨੇ ਪਰਿਵਾਰ ਜਿਹੜੇ ਨੇ ਬਿਲਕ ਰਹੇ ਨੇ, ਰੋ ਰਹੇ ਨੇ, ਸਾਡੇ ਬੱਚੇ, ਸਾਡੇ ਬੱਚੇ, ਸਾਡੇ ਬੱਚੇ। ਕੀ ਸਾਡੇ ਕੋਲੇ ਇਹੀ ਪਲਾਨ ਸੀ ਕਿ ਹੋਰ ਬੰਦੀ ਬਣਾ ਦੇਾਂਗੇ? ਅਸਾਮ ਵਰਗੀਆਂ ਜੇਲ੍ਹਾਂ ਦੇ ਵਿੱਚ ਪੰਜਾਬ ਦੇ ਨੌਜਵਾਨ ਚਲੇ ਗਏ ਕਿ 6 ਮਹੀਨੇ ਰੌਲਾ ਪਊਗਾ, ਉਸ ਤੋਂ ਬਾਅਦ ਕੁਝ ਬੰਦੇ ਫੜੇ ਜਾਣਗੇ, ਕੁਝ ਇੱਦਾਂ ਹੋ ਜਾਣਗੇ, ਕੁਝ ਇੱਦਾਂ ਹੋ ਜਾਣਗੇ। ਅੱਜ ਅੰਮ੍ਰਿਤਪਾਲ ਸਿੰਘ ਨੂੰ ਇੱਕ ਪਲਟੀਨਾ ਮੋਟਰਸਾਈਕਲ ਮਿਲਦਾ ਤੇ ਅੰਮ੍ਰਿਤਪਾਲ ਸਿੰਘ ਹੋਣੀ ਉਹਦੇ ਤੇ ਚੜ ਜਾਂਦੇ ਆ। ਜੇ ਹੈਲੀਕਾਪਟਰ ਮਿਲ ਗਿਆ ਤੇ ਹੈਲੀਕਾਪਟਰ ਤੇ ਨਾ ਚੜਨਗੇ, ਜਹਾਜ਼ ਮਿਲ ਜਾਏਗਾ, ਜਹਾਜ਼ ਤੇ ਨਹੀਂ ਚੜਨਗੇ, ਬਾਰਡਰ ਮਿਲ ਜਾਏਗਾ, ਬਾਰਡਰ ਨਹੀਂ ਪਾਰ ਕਰਨਗੇ। ਪਰ ਜਿਹੜੇ ਮਗਰ ਲੱਗੇ ਸੀ ਉਹਨਾਂ ਦਾ ਕੀ ਕਸੂਰ ਹੈ? ਜਿਹੜੇ ਪਿੱਛੇ ਲੱਗੇ ਸੀ ਉਹਨਾਂ ਦਾ ਕੀ ਕਸੂਰ ਹੈ? ਤੇ ਐਦਾਂ ਖੜੀ ਦਾ ਉਹ ਕਰੋ ਗੱਲ, ਮੇਰੇ ਨਾਲ ਕਿਹੜੀ ਕਰਨੀ ਹੈ? ਮੇਰੇ ਨਾਲ ਕਰੋ ਨਾ ਗੱਲ। ਜਿੱਦਾਂ ਦੇ ਮਾਹੌਲ ਬਣਾਏ ਜਾ ਰਹੇ ਨੇ, ਜਿੱਦਾਂ ਦੀਆਂ ਬਲੈਕ ਲਿਸਟਾਂ, ਕਿਤੇ ਬਲੈਕ ਲਿਸਟਾਂ ਖਤਮ ਕਰਾਉਂਦੇ ਅਸੀਂ ਹੋਰ ਨਾ ਵਧਾ ਲਈਏ। ਅਸੀਂ ਤੇ ਬੰਦੀ ਸਿੰਘ ਰਿਹਾ ਕਰਾ ਰਹੇ ਸੀ ਸਾਰੇ, ਤੇ ਬੰਦੀ ਤੇ ਹੋਰ ਬਣਾ ਦਿੱਤੇ ਗਏ ਸੀ। ਠੀਕ ਹੈ, ਅੱਜ ਕੱਲ ਸਟੇਟਮੈਂਟ ਆਈ ਹੈ ਵੀ 177 ਬੰਦੇ ਅਸੀਂ ਛੱਡਣ ਲੱਗੇ ਆ।
ਕੁਝ ਬੰਦਿਆਂ ਦੇ ਉੱਤੇ ਹੀ ਅਸੀਂ ਕੇਸ ਪਾਉਣਾ, ਬਾਕੀਆਂ ਨੂੰ ਅਸੀਂ ਛੱਡ ਦੇਣਾ। ਪਰ ਬੰਦੀ ਸਿੰਘ ਤੇ ਫਿਰ ਹੋਰ ਬਣ ਗਏ। ਪਰ ਪਹਿਲਾਂ ਨਹੀਂ ਕੋਈ ਬੋਲਦਾ, ਨਹੀਂ ਬਾਜੇ ਕੇ ਵਰਗਾ ਪ੍ਰਧਾਨ ਮੰਤਰੀ ਜਿਹਨੂੰ ਕਹਿੰਦੇ ਉਹ ਮੁੰਡਾ, ਉਹ ਗਾਲਾਂ ਕੱਢ ਰਿਹਾ, ਬੋਲ ਰਿਹਾ, ਮੈਨੂੰ ਗਾਲਾਂ ਕੱਢ, ਉਹਨੂੰ ਗਾਲਾਂ ਕੱਢ, ਬੱਲੇ 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 ਸ਼ੇਅਰ ਕਰ ਰਹੇ ਨੇ ਫਟਾਫਟ ਸਾਰੇ, ਕਿਉਂਕਿ ਆਪ ਤਾਂ ਗਾਲਾਂ ਕੱਢ ਨਹੀਂ ਸਕਦੇ। ਇੱਕ ਬੁਲਾਰਾ ਮਿਲਿਆ, ਕੌਣ? ਬਾਜੇ ਕੇ ਵਰਗਾ। ਉਹਦੀ ਕੀ ਕਰ ਰਹੇ ਨੇ? ਵੀਡੀਓ ਸ਼ੇਅਰ ਕਰ ਰਹੇ ਨੇ, ਉਹਨੂੰ ਫੂਕ ਛਕਾ ਰਹੇ ਨੇ। ਅੱਜ ਉਹ ਵਿਚਾਰਾ ਜਾ ਬੈਠਿਆ ਆਸਾਮ ਦੀ ਜੇਲ੍ਹ ਵਿੱਚ। ਪੁੱਛੋ ਮਾਂ ਨੂੰ, ਪਿਓ ਨੂੰ ਪੁੱਛੋ, ਉਹਦੇ ਪੁੱਤ ਨੂੰ ਪੁੱਛੋ। ਅੱਜ ਵੀ ਅੰਮ੍ਰਿਤਪਾਲ ਜੇ ਕਿਤੇ ਸੁਣੇ ਤੇ ਡਟ ਕੇ ਖੜੇ, ਵਿਆਹ ਖੜਾ ਹੋਏ, ਕਰੋ ਮੇਰੇ ਨਾਲ ਗੱਲ ਜਿਹੜੀ ਕਰਨੀ ਹੈ। ਮੇਰੇ ਪਰਿਵਾਰ ਨੂੰ, ਮੇਰੇ ਬੱਚਿਆਂ ਨੂੰ, ਮੇਰੀ ਫੈਮਿਲੀ ਨੂੰ, ਮੇਰੇ ਨਾਲ ਦੇ ਸਿੰਘਾਂ ਨੂੰ ਗੱਲ ਕਰਨ ਦੀ ਲੋੜ ਨਹੀਂ। ਅੱਜ ਵੀ ਜਿੱਥੇ ਵੀ ਕਿਤੇ ਹੈਗਾ ਸ਼ਰਤੇ ਲਾਵੇ, ਜਿਹੜੇ ਮੇਰੇ NSA ਲੱਗੇ ਆ ਮੇਰੇ ਬੰਦਿਆਂ ਦੇ ਉੱਤੇ, ਉਹਨਾਂ ਨੂੰ ਛੱਡੋ, ਮੈਂ ਤੁਹਾਡੇ ਸਾਹਮਣੇ ਪੇਸ਼ ਹੋ ਜਾਣਾ। ਸਾਰੇ ਬੰਦੇ ਘਰੋਂ ਘਰੀ ਪਹੁੰਚਾ ਦਿਓ, ਮੈਂ ਤੁਹਾਡੇ ਕੋਲ ਸਾਹਮਣੇ ਆ ਜਾਊਂਗਾ, ਮੈਂ ਤੁਹਾਡੇ ਅੱਗੇ ਖੜ ਜਾਊਂਗਾ। ਤੁਸੀਂ ਸਾਰੇ ਬੰਦੇ ਮੇਰੇ ਘਰੋਂ ਘਰੀ ਪਹੁੰਚਾਓ। ਮੇਰੇ ਬੰਦਿਆਂ ਨਾਲ ਗੱਲ ਨਾ ਕਰੋ, ਮੇਰੇ ਨਾਲ ਕਰੋ ਗੱਲ ਜਿਹੜੀ ਕਰਨੀ ਹੈ। ਅੱਜ ਇਹ ਸਟੇਟਮੈਂਟ ਦੇਣੀ ਚਾਹੀਦੀ ਹੈ ਅੰਮ੍ਰਿਤਪਾਲ ਸਿੰਘ ਨੂੰ, ਅੱਜ ਵੀਡੀਓ ਪਾਣੀ ਚਾਹੀਦੀ ਹੈ ਜਿੱਥੇ ਵੀ ਕਿਤੇ ਹੋਵੇ। ਭਾਈ ਅੰਮ੍ਰਿਤਪਾਲ ਸਿੰਘ ਹੋਣੀ ਕਹਿੰਦੇ ਸੀ ਵੀ ਜੇ 5-4 ਮਰ ਵੀ ਜਾਣਗੇ ਕਿਹੜਾ ਮੱਸਿਆ ਲੱਗਣੋਂ ਹਟ ਜੂਗੀ। ਨਹੀਂ ਮਰੇ, ਅਜੇ ਘਰਾਂ ਦੇ ਵਿੱਚੋਂ ਗ੍ਰਿਫਤਾਰੀ ਕੀਤੇ ਹੈ। ਪਰ ਪੁੱਛ ਕੇ ਵੇਖੋ, ਸੱਚੀ ਜਿਨ੍ਹਾਂ ਦਾ ਪੁੱਤ ਅੱਜ ਘਰ ਨਹੀਂ ਆਇਆ, ਉਹਨਾਂ ਦੇ ਘਰਾਂ 'ਚ ਮੱਸਿਆ ਨਹੀਂ ਲੱਗਦੀ। ਮੈਂ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਂ ਨੂੰ ਹੀ ਵੇਖੋ, ਉਹਨਾਂ ਦਾ ਦਰਦ ਵੇਖੋ। ਮਾਂ ਕਹਿ ਨਹੀਂ ਰਹੀ ਮੇਰਾ ਪੁੱਤ ਨਹੀਂ ਲੱਭ ਰਿਹਾ। ਮਾਂ ਨੂੰ ਪੁੱਛੋ ਵੀ ਮੱਸਿਆ ਲੱਗਦੀ ਹੈ। ਪੁੱਛੋ ਪ੍ਰਧਾਨ ਮੰਤਰੀ ਦੀ ਮਾਂ ਨੂੰ ਕਿ ਕਿੰਨੀ ਤਕਲੀਫ ਹੁੰਦੀ ਹੈ ਜਦੋਂ ਪੁੱਤ ਘਰ ਨਹੀਂ ਆਉਂਦਾ। ਅਜੇ ਤੇ ਗਏ ਨੇ ਘਰਾਂ 'ਚੋਂ, ਸਾਲ ਬਾਅਦ 2 ਸਾਲ ਬਾਅਦ ਮੁੜ ਆਉਣਗੇ, ਪਰ ਫਿਰ ਵੀ ਜਿਨ੍ਹਾਂ ਦਾ ਪੁੱਤ ਘਰ ਨਹੀਂ ਆਉਂਦਾ ਉਹਨਾਂ ਨੂੰ ਪੁੱਛ ਕੇ ਵੇਖੋ। ਤੇ ਸਾਨੂੰ ਨਹੀਂ ਸੀ ਪਤਾ, ਕਿਤੇ ਤਾਂ ਸਟੇਟਮੈਂਟ ਦਿੰਦੇ ਆ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਨੇ। ਵੇਖੋ ਤਾਂ ਸਹੀ ਯਾਰ, ਉਹਨਾਂ ਕੋਲ ਮਿਲਟਰੀ ਕਿੱਡੀ ਵੱਡੀ ਹੈ, ਕਿੱਡੀ ਵੱਡੀ ਆਰਮੀ ਲਈ ਫਿਰਦੇ ਆ। ਇਹਨੂੰ ਡਰ ਨਹੀਂ ਕਹਿੰਦੇ, ਡਰੇ ਹੋਏ ਨਹੀਂ, ਇਹਨੂੰ ਵਿਚਾਰਨਾ ਕਹਿੰਦੇ, ਇਹਨੂੰ ਸੋਚਣਾ ਕਹਿੰਦੇ ਆ ਵੀ ਐਡੀ ਵੱਡੀ ਆਰਮੀ ਦਾ ਮੁਕਾਬਲਾ ਕਾਹਦੇ ਨਾਲ ਕਰਨਾ? ਡੰਡਿਆਂ ਨਾਲ, ਗੰਨਾਂ ਨਾਲ ਮੁਕਾਬਲਾ ਕਰਨਾ। ਜਿਹੜੀਆਂ ਗੰਨਾਂ ਲਾਇਸੈਂਸ ਸੀ ਉਹਨਾਂ ਤੋਂ ਹੀ ਲਈਆਂ ਨੇ, ਅਸੀਂ ਲਾਇਸੈਂਸ ਤਾਂ ਉਹਨਾਂ ਤੋਂ ਹੀ ਲਏ ਨੇ। ਉਹਨਾਂ ਦੀਆਂ ਲਾਇਸੈਂਸੀ ਗੰਨਾਂ ਲੈ ਕੇ ਤੇ ਅਸੀਂ ਤੋਪਾਂ ਦਾ ਮੁਕਾਬਲਾ ਕਰਨਾ? ਅਸੀਂ ਕਿੱਦਾਂ ਦੇ ਰਾਹ ਤੁਰ ਪੈਂਦੇ ਆ? ਤੇ ਬਾਕੀ ਦੇ ਸਾਰੇ ਸਿੱਖ ਚੁੱਪ ਕਰਕੇ ਇਦਾਂ ਵੇਖਦੇ ਰਹਿੰਦੇ ਨੇ, ਚੱਲ ਰਿਹਾ ਜੋ ਕੋਈ ਚੱਲਣ ਦਿਓ, ਚੱਲਣ ਦਿਓ ਵੀਰੋ। ਜੇ ਕਾਨੂੰਨ ਸਖਤ ਹੋਣਗੇ ਤੇ ਸਾਰਿਆਂ ਸਿੱਖਾਂ ਲਈ ਹੋ ਜਾਣੇ ਨੇ।